وعلیکم السلام. ہاں جی. کیڑا؟ ٹھیک ہے بھیج دینا. اوکے. یار وہ طاہر خان صاحب کو بلایا، وہ آ جائے نا. بلاؤ. بات کر رہے تھے سینی صاحب کی براڈ پہ، پر نا وہ بات نہیں کرنے دے رہے تھے. بزرگ بندہ ہے. بات انہوں بھی لام ہون لگ گئے جی. ہوتے وہ بندے کو گل سننی چاہیے. لام ہوں پہ تو لیکن یہ سنن نہیں دیں نا. ایسے اللہ ہدایت انہوں نے دے، پتہ نہیں کی ہو گیا انہوں نے. ہو کی گیا طاہر خان صاحب. اے ہائے. ساری فیملی کی لمبی لمبی بات کریں گے. نہیں، فیملی کی طرف نہیں ہم ان کو جانے دیں گے. ہم ان سے ان کے الہامات کے بارے میں پوچھیں گے. وہ بتا رہے تھے کہ مجھے بھی الہام ہوتے ہیں، چیمہ صاحب کو بھی الہام ہوتے ہیں. تو کمپیریزن کرنا ہے کہ بھئی کس کا الہام سچا ہے. آپ ان کو بلا کے لائیں وہاں سے. ان کو کہیں بھی براڈ آن ہو گئی ہے، طاہر خان صاحب آ جائیں. میں نے شیئر بھی کیا ان کے ساتھ، لیکن ان کو بزرگ بندے ہیں، شاید میسج نہیں ملا ہوگا نا. واللہ عالم. نہیں، بد مزہ کرتے ہیں اس طرح سے بات. جب بندہ اس طرح کے حالات ہو جائے نا، بندہ پھر بات کرنے ہی نہیں دینا چاہتا کسی کو. بس شور ڈالیں گے اور کہیں گے چلو رولا ہی نہ سمجھ ہی نہ آوے کسی نے. گل دب جائے رولے چ. یہ کیڑا طریقہ ہے؟ No. He's just discussing with me. No, you have a contact with the other person. Okay. You close this one.
That you can talk. Davar, better. Davar, better. I जोसेफ साहब वेलकम। ਕੀ ਹਾਲ ਹੈ ਮੁਹਤਰਮ? ਭਾਈ ਠੀਕ ਹੋ? ਸ਼ੁਕਰ ਹੈ ਅੱਲਾਹ ਦਾ, ਬੜਾ ਕਰਮ ਹੈ। ਤੁਸੀਂ ਸੁਣਾਓ? ਬਸ ਠੀਕ ਠਾਕ। ਉਹ ਕੱਲ ਅਸਲ ਦੇ ਵਿੱਚ ਨਾ ਥੋੜੀ ਫੈਸਲ ਭਾਈ ਨਾਲ ਗੱਲ ਹੋ ਰਹੀ ਸੀ ਤੇ ਉਸ ਤੋਂ ਬਾਅਦ ਅਸੀਂ ਸਟ੍ਰੀਮ ਕਰਨੀ ਸੀ ਤੇ ਮੈਂ ਜਲਦੀ ਦੇ ਵਿੱਚ ਸਾਂ। ਮੈਂ ਜਲਦੀ ਦੇ ਵਿੱਚ ਇੱਕ ਦਫਾ ਆਇਆ, ਫਿਰ ਦੁਬਾਰਾ ਆਇਆ ਤੇ ਉਹ ਗੱਲ ਪੂਰੀ ਹੋ ਨਹੀਂ ਪਾਈ ਨਾ। ਬਾਅਦ ਚੋਂ ਉਹ ਅਦਨਾਨ ਮਤਲੂਬ ਸਾਹਿਬ ਆਏ ਸਨ ਤੇ ਉਹ ਫੱਫੇ ਕੁੱਟਣੀ ਵਾਲਾ ਕੰਮ ਕਰਨ ਡੇ ਸਨ, ਭੁੱਤਨ ਸਲਾਈ ਵਾਲਾ। ਇਹ ਜੋਧਰ ਸਾਹਿਬ ਨੂੰ ਤੰਗ ਕਰਨ ਡੇ। ਅੱਛਾ, ਉਹ ਕੋਈ ਕੁਦਰਤੀ ਗੱਲ ਏ। ਕੱਲ ਨਾ ਪੀਰ ਅਸਕਾਨੀ ਸਾਹਿਬ ਕਿਸੇ ਬਰੌਡ ਤੇ ਸਨ। ਉਹਨਾਂ ਨੇ ਕਿਤੇ ਕਿਹਾ ਤਲਤ ਮਰਜ਼ਈ ਨੂੰ, ਰਿਕਾਰਡਿੰਗ ਵੀ ਮੈਂ ਲਾਈ ਹੈ ਥੋੜੀ ਜਿਹੀ ਨਾ, ਜਿੰਨੀ ਕੁ ਮੇਰੇ ਹੱਥ ਪਹੁੰਚੀ ਹੈ। ਖੈਰ ਮੇਰੇ ਕੋਲ ਇੱਕ ਬੰਦੇ ਨੇ ਕਲਾਈ ਹੈ। ਉਹਨੇ ਕਿਹਾ ਕਿ ਨਾ ਤਲਤ ਕਾਦੀਆਨੀ ਨੂੰ ਕਿਹਾ ਕਿ ਤੇਰੇ ਨਾਲ 1.5 ਘੰਟਾ 2-4 ਦਿਨ ਪਹਿਲਾਂ ਜੋਜ਼ਫ ਦੀ ਡਿਬੇਟ ਹੋਈ ਹੈ, ਉਹਨੇ ਤੇ ਕੋਈ ਰਸੂਲ ਅੱਲਾ ਦੀ ਗੁਸਤਾਖੀ ਨਹੀਂ ਕੀਤੀ। ਕਾਦੀਆਨੀ ਉੱਥੇ ਤੱਪ ਗਏ ਬਾਈ। ਉਹ ਫਿਰ ਗਾਲਾਂ ਗੂਲਾਂ ਕਿਤੇ ਕੱਢਣ ਦੇ ਸਨ ਮੈਨੂੰ ਉੱਥੇ। ਤੇ ਮੈਂ ਫਿਰ ਉਹ ਕਈ ਦੋਸਤਾਂ ਨੂੰ ਭੁਲਾਈਆਂ ਨੇ। ਮੈਂ ਕਿਹਾ ਵੇਖੋ ਅਸੀਂ ਮੌਜੂਦ ਨਹੀਂ ਵੀ ਹੁੰਦੇ ਨਾ ਤੇ ਸ਼ੁਕਰ ਹੈ ਖੁਦਾ ਦਾ, ਲੋਕ ਸਾਡੀ ਬਾਰੇ ਸਾਡੀ ਕਮਾਈਆਂ ਦਿੰਦੇ ਨੇ ਇਸ ਗੱਲ ਦੀਆਂ। ਜੀ ਜੀ। ਇਹ ਮੌਲਾਨਾ ਸਨਾਉल्ला ਅੰਮ੍ਰਿਤਸਰੀ ਦੇ ਪੋਤੇ ਨੇ। ਵਾਹ ਜੀ ਵਾਹ, ਇਰਫਾਨ-ਉल्ला ਸਨਾਈ ਇਹਨਾਂ ਦਾ ਨਾਮ ਹੈ। ਜ਼ਬਰਦਸਤ। ਕਾਸ਼ ਮਿਰਜ਼ਾ ਸਾਹਿਬ ਵੀ ਏਡੇ ਹਸੀਨ ਹੁੰਦੇ। ਇਹ ਜਿਨ੍ਹਾਂ ਦੇ ਬਾਰੇ ਮਿਰਜ਼ਾ ਸਾਹਿਬ ਨੇ ਆਖਰੀ ਫੈਸਲਾ ਇਸ਼ਤਿਹਾਰ ਨਹੀਂ ਸੀ ਛਾਪਿਆ, ਮੌਲਾਨਾ ਸਨਾਉल्ला ਅੰਮ੍ਰਿਤਸਰੀ, ਆਹੋ ਆਹੋ ਆਹੋ, ਪਤਾ ਮੈਨੂੰ। ਹਾਂਜੀ, ਇਹ ਉਹਨਾਂ ਦੇ ਪੋਤੇ ਨੇ। ਇਹ ਦਿਹਾੜੀ ਮੈਂ ਗੱਲ ਕਰਨ ਲੱਗਾ ਸੀ ਨਾ ਕਿ ਸਰਗੋਧੇ ਵਿੱਚ अच्छा वैसे मतलब शक्ल सूरत ते खुदा की बनाई हुई होती है। कहना नहीं चाहिए किसी की शक्ल सूरत या जिसामत के बारे में, मतलब खुदा की ही सारी कारीगरी यही है। लेकिन मैंने मिर्ज़ा साहब की तस्वीर जिसको भी दिखाई है ना, ये मैं कोई वो नहीं कह रहा, मतलब कोई अपनी तरफ से बात बना के नहीं कह रहा, मजाक से हटके खुदा जानता है उस बंदे का एक दफ़ा हादसा ही निकले। मतलब ਇੱਥੇ ਹਿੰਦੂ ਸਨ, ਉਹਨਾਂ ਨੂੰ ਮੈਂ ਵਾਈਆਂ ਸਨ ਤੇ ਉਹਦੀ ਬੀਵੀ ਜਿਹੜੀ ਸੀ ਉਹ ਸਾਡੇ ਨਾਲ ਉੱਥੇ ਦੋਵੇਂ ਮੀਆਂ ਬੀਵੀ ਪੜ੍ਹਦੇ ਹੁੰਦੇ ਸਨ, ਜਰਮਨ ਲੈਂਗੁਏਜ ਕੋਰਸ ਕਰਦੇ ਸਨ। ਉਹ ਬੁੱਢੀ ਦਾ ਵਾਕਈ ਚਰੀ ਦਾ ਹਾਦਸਾ ਨਿਕਲ ਗਿਆ। ਮੈਂ ਕਿਹਾ ਤੁਹਾਡੇ ਕ੍ਰਿਸ਼ਨ ਸਰਕਾਰ ਨੇ, ਇਹ ਆ ਗਏ ਨੇ ਤੁਹਾਡੇ ਇੰਡੀਆ ਦੇ ਹੀ ਨੇ, ਮੰਨੋ ਇਹਨਾਂ ਨੂੰ। ਤੇ ਉਹ ਹੱਸ ਪਈ ਸੀ, ਗੁਜਰਾਤੀ ਸਨ ਉਹ।
ਕੀ ਕਹਿ ਸਕਨੇ ਇਹਨਾਂ ਨੂੰ ਜੀ, ਸ਼ਕਲਾਂ ਰੱਬ ਨੇ ਬਣਾਈਆਂ ਨੇ। ਇਹ ਹੁਣ ਸ਼ਕਲ ਵੇਖੋ, ਖੂਬਸੂਰਤ ਵੇਖੋ, ਚਿਹਰਾ ਨੂਰ ਵੇਖੋ, ਹੂੰ ਤੇ ਮਿਰਜ਼ਾ ਸਾਹਿਬ ਦੀ ਫੋਟੋ ਦੇਖ ਲਓ ਤੇ ਫਿਰ ਆਪ ਹੀ ਅੰਦਾਜ਼ਾ ਲਾ ਲਓ ਕੀ ਕਿਹਾ ਜਾ ਸਕਦਾ ਇਹਨਾਂ ਨੂੰ। ਬਾਕੀ ਤੁਸੀਂ ਵੇਖੋ ਨਾ ਕਿ ਮਿਰਜ਼ਾ ਤਾਹਿਰ ਸਾਹਿਬ ਜਿਹੜੇ ਸਨ ਨਾ, ਉਹਨਾਂ ਦੀ ਸ਼ਕਲ ਫਿਰ ਵੀ ਕਾਬਲੇ ਬਿਹਤਰ ਸੀ। ਈਵਨ ਜੰਬਾ ਸਾਹਿਬ ਜਿਹੜੇ ਨੇ ਨਾ, ਉਹਨਾਂ ਦੀ ਵੀ ਸ਼ਕਲ ਕਾਫੀ ਠੀਕ ਹੈ, ਮਿਰਜ਼ਾ ਸਾਹਿਬ ਨਾਲੋਂ ਠੀਕ ਹੈ। ਆ ਇਹਨਾਂ ਨਾਲ ਤੇ ਉਹ ਵਾਲ ਨੇ। ਮਿਰਜ਼ਾ ਤਾਹਿਰ ਥੋੜਾ ਜਿਹਾ ਵਾਲੇ, ਜਿਹੜਾ ਮਿਰਜ਼ਾ ਮਸਰੂਰ ਹੈ ਉਹ ਥੋੜਾ ਜਿਹਾ ਵਾਲੇ, ਮਤਲਬ ਉਹਦੀਆਂ ਅੱਖਾਂ ਵੀ ਵਿਚਾਰੇ ਦੀਆਂ ਡਿੱਗੀਆਂ ਰਹਿੰਦੀਆਂ ਨੇ, ਲੇਕਿਨ ਫਿਰ ਵੀ ਮਤਲਬ ਕਾਬਲੇ ਬਿਹਤਰ ਲੱਗਦਾ ਹੈ। ਲੇਕਿਨ ਇਹ ਮਿਰਜ਼ਾ ਬਸ਼ੀਰ ਤੋਂ ਪਹਿਲਾਂ ਦੇ ਜਿਹੜੇ ਨੇ ਨਾ ਸਾਰੇ ਬਰਖੁਰਦਾਰ, ਉਹ ਸ਼ਕਲੋਂ ਜੈਂਟਲਮੈਨ ਨਹੀਂ ਲੱਗਦੇ। ਅਸਲ ਗੱਲ ਪਤਾ ਜੀ ਕੀ ਹੈ, ਜਿਹੜੀ ਹੁਣ ਤੁਸੀਂ ਕੀਤੀ ਹੈ, ਇਹ ਜਦੋਂ ਫਿਲਟਰ ਨਹੀਂ ਸਨ ਨਾ, ਇਹ ਉਦੋਂ ਦੀਆਂ ਫੋਟੋਆਂ ਨੇ। ਹਾਂ, ਜਦੋਂ ਦੇ ਫਿਲਟਰ ਆਏ ਨੇ ਨਾ, ਇਹ ਤੁਹਾਨੂੰ ਵੱਲ ਪੇ ਦਿਸਦੇ ਨੇ। ਇਹ ਫਿਲਟਰ ਤੋਂ ਪਹਿਲਾਂ ਬੰਦਾ ਕੋਈ ਵੱਲ ਦਿਸੇ ਤਾਂ ਫਿਰ ਦੀ ਗੱਲ ਹੈ ਨਾ। ਹੋ ਸਕਦਾ ਹੈ। ਇਹ ਪੁਰਾਣੀਆਂ ਗੱਲਾਂ ਨੇ ਪੈ ਜਾਣ। ਅੱਛਾ, ਤੁਹਾਡੇ ਟੜੇ ਕੋਈ ਨਹੀਂ ਪੈ ਚੜਦਾ ਕੋਈ ਬੰਦਾ, ਮੇਰਾ ਖਿਆਲ ਹੈ। ਨਹੀਂ, ਆ 2-4 ਦਿਨ ਪਹਿਲਾਂ ਹੋਇਆ ਇੱਕ ਮਨਾਜ਼ਰਾ, ਉਹ ਕੁਛ ਨਾ ਅੱਜ ਕੱਲ ਕੁਝ ਜ਼ਿਆਦਾ ਧਿਆਨ ਜਿਹੜਾ ਨਾ ਉਹ ਦੂਜੇ ਪਾਸੇ, ਕਿਤਾਬਾਂ ਵਾਲੇ ਪਾਸੇ ਰਹਿੰਦਾ ਹੈ। ਤੇ ਉਹ ਕੋਈ ਕੈਲੰਡਰ ਦੀ ਸਟੱਡੀ ਚੱਲਦੀ ਹੈ ਬਈ, ਕੁਛ ਹੈ ਜਿਹੜਾ ਰੈੱਡ ਹਾਈਫਰ, ਉਹ ਲਾਲ ਬੱਚੀਆਂ ਮੰਗਵਾਈ ਹੈ ਉਹਨਾਂ ਨੇ, ਇਹਦੀ ਕੁਛ ਅੱਜ ਕੱਲ ਕੁਛ ਛਾਨਬੀਨ ਚੱਲ ਰਹੀ ਹੈ। ਅੱਛਾ, ਉਹ ਇਰਾਨ ਵਾਲਾ ਵਾਕਿਆ ਅੱਜ ਕੀ ਹੈ, ਕੋਈ ਹੈ ਡਿਟੇਲ ਉਹਦੀ? ਆਹੋ, ਸੁਣਿਆ ਰਾਤੀ ਉਹਨਾਂ ਨੇ ਵਾਹਵਾ ਹਮਲਾ ਸ਼ਮਲਾ ਕੀਤਾ ਹੈ। ਲੇਕਿਨ ਇਹ ਮੌਜੂਦਾ ਯਹੂਦੀ ਜਿਹੜਾ ਕੰਮ ਕਰਦੇ ਨੇ ਨਾ, ਇਹ ਤੌਰਾਤ ਦੇ ਸਰੀ ਖਿਲਾਫ ਹੈ। ਅਸਲ ਜਦੋਂ ਤੁਸੀਂ ਸਟੱਡੀ ਕਰੋ ਨਾ, ਤੇ ਇਹਨਾਂ ਦੇ ਜਿਹੜੇ ਆਪਣੇ ਯਹੂਦੀ ਨੇ, ਉਹ ਇਹ ਮੰਨਦੇ ਨੇ ਕਿ ਫਲਸਤੀਨੀ ਜਿਹੜੇ ਅੱਧੇ ਤੋਂ ਜ਼ਿਆਦਾ, ਉਹਨਾਂ ਲੋਕਾਂ ਨੂੰ ਪਤਾ ਕੋ ਨਹੀਂ ਹੈ ਜਿਹੜੇ ਇਸ ਵਕਤ ਮੁਸਲਮਾਨ ਨੇ ਕਨਵਰਟ ਨੇ, ਉਹ ਅਸਲ ਇਸਰਾਏਲੀ ਨੇ, ਉਹ ਆਪਣੇ ਆਪ ਨੂੰ ਇਸਮਾਈਲੀ ਸਮਝਦੇ ਨੇ। ਇਹ ਮਤਲਬ ਤਹਿਕੀਕ ਹੈ, ਤੇ ਬੜੀ ਸਟਰੋਂਗ ਤਹਿਕੀਕ ਹੈ। ਉਹ ਆਂਦੇ ਨੇ ਕਿ ਇਸਰਾਏਲ ਦੇ ਉੱਤੇ ਅਸਲ ਉਹਨਾਂ ਦਾ ਹੱਕ ਹੈ, ਜਿਨ੍ਹਾਂ ਨੂੰ ਮਾਰਿਆ ਜਾ ਰਿਹਾ ਇਸ ਵਕਤ, ਉਹਨਾਂ ਦਾ ਖੂਨ ਜਿਹੜਾ ਹੈ, ਉਹਨਾਂ ਦਾ DNA ਸਿੱਧਾ ਕਾਇਨਾਤ ਦੇ ਖਾਨਦਾਨ ਦੇ ਨਾਲ ਮਿਲਦਾ ਹੈ, ਜਿਹੜੇ ਫਲਸਤੀਨੀਆਂ ਨੂੰ ਇਸ ਵਕਤ ਮਾਰਿਆ ਜਾ ਰਿਹਾ। ਤੇ ਜਦੋਂ ਅਸਲੀ ਤੇ ਨਸਲੀ ਯਹੂਦੀ DNA ਵੀ ਕਰਵਾਉਂਦੇ ਨਾ, ਉਹਦੇ ਵਿੱਚ ਉਹ ਪਹਿਲਾਂ ਬਕਾਇਦਾ ਟੈਸਟ ਹੀ ਲੈਂਦੇ ਨੇ ਕਿ ਤੁਹਾਡਾ ਯਰੂਸ਼ਲਮ ਦੇ ਨਾਲ ਕਿੰਨਾ ਕੁ ਇੰਟਰੈਕਸ਼ਨ ਹੈ, ਤੁਹਾਡਾ ਕਿੰਨਾ ਇੰਟਰਸਟ ਹੈ, ਇਬਰਾਨੀ ਦੇ ਨਾਲ ਤੁਹਾਡਾ ਕਿੰਨਾ ਇੰਟਰਸਟ ਹੈ। ਉਹਨਾਂ ਚੀਜ਼ਾਂ ਤੋਂ ਹਿਸਾਬ ਲਗਾਉਂਦੇ ਨੇ ਕਿ ਹਾਂ, ਆਇਆ ਇਹਦੇ ਵਿੱਚ ਇਸਰਾਏਲ ਦੇ ਜਿਹੜੇ 10 ਕਬਾਇਲ ਨੇ, ਉਹਨਾਂ ਦਾ ਕੋਈ DNA ਇਹਦਾ ਹੋ ਸਕਦਾ ਜਾਂ ਨਹੀਂ ਹੋ ਸਕਦਾ। ਉਹ ਸਾਰੀਆਂ ਚੀਜ਼ਾਂ ਵੇਖ ਕੇ ਫਿਰ ਤੁਸੀਂ ਵੇਖ ਲਓ, ਫਲਸਤੀਨੀਆਂ ਦਾ ਸਾਰਿਆਂ ਦਾ ਇੰਟਰਸਟ ਹੀ ਉਸ ਪਾਸੇ ਵੇ। ਬਾਹਰਲੇ ਤੋਂ ਰਾਤ ਤੇ ਸਰੀ ਖਿਲਾਫ ਹੈ। ਤੇ ਪਹਿਲੀ ਗੱਲ ਤਾਂ ਇਹ ਕਿ ਇਹ ਜਿਹੜੇ ਮੌਜੂਦਾ ਯਹੂਦੀ ਨੇ ਨਾ, ਸਾਰੇ ਯਹੂਦੀਆਂ ਦੀ ਗੱਲ ਨਹੀਂ, ਖਾਲੀ ਜਿਹੜੇ ਇਸ ਵਕਤ ਹਕੂਮਤ ਦੇ ਵਿੱਚ ਨੇ ਨਾ, ਇਹ ਅਸਲ ਯਹੂਦੀ ਨਹੀਂ ਨੇ, ਇਹ ਨੇ ਅਸ਼ਕਨਾਜ਼ੀ। ਅਸ਼ਕਨਾਜ਼ ਦਾ ਤਾਲੁਕ ਬਾਪ ਇਬਰਾਹਿਮ ਦੇ ਨਾਲ ਨਹੀਂ ਹੈ, ਕਿਉਂਕਿ ਬਾਪ ਇਬਰਾਹਿਮ ਸਿਮ ਦੀ ਨਸਲ ਤੋਂ ਨੇ। ਅੱਗੋਂ ਜਨਾਬੇ ਨੂਹ ਦੇ 3 ਬੇਟੇ ਸਨ ਨਾ, ਸਿਮ, ਹਾਮ ਤੇ ਯਾਫਤ। ਬਾਪ ਇਬਰਾਹਿਮ ਦਾ ਤਾਲੁਕ ਸਿਮ ਦੀ ਨਸਲ ਨਾਲ ਹੈ। ਇਹ ਅੱਗੋਂ ਯਾਫਤ ਦੀ ਨਸਲ ਤੋਂ ਅਸ਼ਕਨਾਜ਼ ਆਇਆ ਹੈ। ਜੂਸ਼ ਤੇ ਮਾਜੂਜ ਜਿੱਥੋਂ ਨਿਕਲੇ ਨੇ, ਇਹ ਉਹਨਾਂ ਦੀ ਨਸਲ ਤੋਂ ਨੇ। ਇਹ ਅਸ਼ਕਨਾਜ਼ੀ ਜਿਹੜੇ ਨੇ ਇਸ ਵਕਤ ਇਸਰਾਏਲ ਦੇ ਉੱਤੇ ਅਸਲ ਦੇ ਵਿੱਚ ਕਾਬਜ਼ ਹੋਏ ਨੇ। ਜਿਹੜੇ ਅਸਲੀ ਤੇ ਨਸਲੀ ਯਹੂਦੀ ਨੇ, ਉਹ ਤੇ ਵਿਚਾਰੇ ਖੱਜਲ ਹੁੰਦੇ ਫਿਰਦੇ ਨੇ। ਇਹ ਜਿਹੜੇ ਮਸਾਇਆ ਨੂੰ ਗਾਲਾਂ ਕੱਢਦੇ ਨੇ, ਬੁਰਾ ਭਲਾ ਗਾਲਾਂ ਤਾਂ ਨਹੀਂ ਕੱਢਦੇ, ਲੇਕਿਨ ਐਂਟੀ ਮਸਾਇਆ ਕੰਮ ਕਰਦੇ ਨੇ। ਦੂਸਰੀ ਇੱਕ ਹੋਰ, ਉਹ ਬੜੀ, ਮੈਂ ਪਿਛਲੇ ਦਿਨਾਂ ਦੇ ਵਿੱਚ ਸੁਫਿਆਨ ਭਾਈ ਨੂੰ ਵੀ ਵੀਡੀਓ ਘਲਾਈ ਸੀ, ਤੇ ਉਹ ਵੀ ਵੇਖ ਕੇ ਇੱਕਦਮ ਪਰੇਸ਼ਾਨ ਹੋ ਗਏ ਸਨ। ਇਹਨਾਂ ਦਾ ਇੱਕ ਰੱਬੀ ਹੈ ਬਹੁਤ ਮਸ਼ਹੂਰ, ਬੜਾ ਆਫੀਸ਼ੀਅਲ ਰੱਬੀ ਹੈ। ਉਹ ਮੈਂ ਤੁਹਾਡੀ ਉਹਦੇ ਤੇ ਵੀ ਦੱਸਿਆ ਸੀ, ਸ਼ਾਇਦ ਸਟ੍ਰੀਮ ਤੇ ਵੀ ਆ ਕੇ ਦੱਸਿਆ ਸੀ, ਕਿ ਉਹਨੇ ਵੀ ਕਹਿ ਦਿੱਤਾ ਹੈ ਕਿ ਸਾਡਾ ਮਸਾਇਆ ਆ ਚੁੱਕਿਆ ਹੈ। ਇਹ ਜਿਹੜਾ ਰੈੱਡ ਹਾਈਫਰ ਕਰਨ ਦੇ ਨੇ ਨਾ 23 ਤਰੀਕ ਨੂੰ, ਇਹ ਸਿੱਧੀ ਹਾਲੇ ਪਤਾ ਨਹੀਂ ਹੈ, ਲੇਕਿਨ ਜਿੱਥੋਂ ਤੱਕ ਆਈਡੀਆ ਹੈ ਨਾ, ਉਹ ਇਹ ਹੀ ਜੇ। ਇਹ ਮੇਰਾ ਵੀ ਇੱਕ ਆਈਡੀਆ ਹੀ ਕਿ ਵਰਲਡ ਵਾਰ 3 ਦੀ ਹੀ ਤਿਆਰੀ ਹੈ, ਕਿਉਂਕਿ ਰੈੱਡ ਹਾਈਫਰ ਕੁਰਬਾਨ ਹੀ ਉਦੋਂ, ਇਹਦੀ ਜਿਹੜੀ ਰਾਖ ਹੁੰਦੀ ਹੈ ਨਾ, ਉਹ ਦਫਨਾਈ ਜਾਂਦੀ ਹੈ, ਉਹਦੇ ਪਾਣੀ 'ਚ ਰੱਖੀ ਜਾਂਦੀ, ਤੀਸਰੇ ਦਿਨ ਉਹਨੂੰ ਕੱਢਿਆ ਜਾਂਦਾ, ਤੇ ਫਿਰ ਉਹਦੀ ਜਿਹੜੀ ਹੁੰਦੀ ਹੈ
ਉਹਨੂੰ ਕੱਢ ਕੇ ਤੇ ਉਹਦੇ ਪਾਣੀ ਨੂੰ ਕਿਹਾ ਜਾਂਦਾ ਹੈ ਜ਼ਿੰਦਗੀ ਦਾ ਪਾਣੀ ਹੈ। ਉਸ ਪਾਣੀ ਦੇ ਨਾਲ ਹੈਕਲ ਦੀ ਸਫਾਈ ਕੀਤੀ ਜਾਂਦੀ ਹੈ। ਇਹ ਹੈਕਲ ਦੀ ਨੂੰ ਪਾਕ ਕੀਤਾ ਜਾਂਦਾ ਉਹਦੇ ਨਾਲ। ਰੈਡ ਹਾਈਫਰ ਕੋਈ ਮਾਮੂਲੀ ਕੁਰਬਾਨੀ ਨਹੀਂ, ਬਹੁਤ ਵੱਡੀ ਕੁਰਬਾਨੀ ਹੈ ਤੋਰਾਤ ਦੀ। ਇਹ तमाम ਕੁਰਬਾਨੀਆਂ ਦਾ ਮਜਮੂਆ ਹੈ। ਤੇ ਮਸਾਇਆ ਨੂੰ ਵੀ ਰੈਡ ਹਾਈਫਰ ਦੀ ਕੁਰਬਾਨੀ ਮੰਨਿਆ ਜਾਂਦਾ ਹੈ, ਕਿਉਂਕਿ ਮਸਾਇਆ ਜਿੱਥੇ ਕੁਰਬਾਨ ਹੋਏ ਨੇ ਨਾ, ਉਹ ਰੈਡ ਹਾਈਫਰ ਦਾ ਮਜ਼ਬਾ ਸੀ। ਤੇ ਇਹ ਜਿਹੜੀ ਰੈਡ ਹਾਈਫਰ ਕੁਰਬਾਨ ਕਰਨ ਦੇ ਨੇ, ਇੱਕ ਮਾਮੂਲੀ ਗੱਲ ਨਹੀਂ ਹੈ, ਇੱਕ ਬਹੁਤ ਵੱਡੀ ਪਲੈਨਿੰਗ ਦੇ ਵਿੱਚ ਨੇ। ਉੱਤੋਂ ਇਹਨਾਂ ਨੇ ਐਲਾਨ ਵੀ ਕਰਤਾ ਕਿ ਸਾਡਾ ਮਸਾਇਆ ਆ ਗਿਆ। ਤੇ ਉਹਨਾਂ ਦੇ ਜਿਹੜੇ ਰੱਬੀ ਨੇ ਐਲਾਨ ਕੀਤਾ, ਉਹ ਰੱਬੀ ਕੋਈ ਕੱਚੀ ਗੱਲ ਨਹੀਂ ਕਰਦਾ, ਕੋਈ ਐਵੇਂ ਫੜ ਨਹੀਂ ਮਾਰਦਾ। ਉਹ ਬੜਾ ਮੁਸਤਨਦ ਰੱਬੀ ਇਹਨਾਂ ਦਾ। ਉਹ ਮੈਂ ਤੇ ਅਚਾਨਕ ਉਹਨੂੰ ਮੈਂ ਥੋੜਾ ਜਿਹਾ ਫੋਲੋ ਕਰਨਾ, ਉਹਦੀ ਅਕਸਰ ਅਸੀਂ ਵੀਡੀਓਸ ਕੋਈ ਨਾ ਕੁਛ ਆਏ ਕੱਢਦੇ ਹੁੰਦੇ ਆ। ਤੇ ਮੈਂ ਉਹਦੀ ਵੀਡੀਓ ਵੇਖੀ ਤਾਂ ਉਹਨੇ ਕਿਹਾ ਹਾਂ ਜੀ ਮਸਾਇਆ ਸਾਡਾ ਆ ਚੁੱਕਿਆ। ਅੱਛਾ, ਇਹ ਨਜ਼ੀਰ ਸਾਹਿਬ ਅਗਰ ਕਬੂਲ ਕਰ ਲੈਣ ਕ੍ਰਿਸਚੈਨਿਟੀ, ਫਿਰ ਤੁਹਾਡਾ ਕੀ ਖਿਆਲ, ਇਹਨਾਂ ਨੂੰ ਕੋਈ ਦਾਵਤ ਦਿਓ? ਦਾਵਤ ਇਹ ਸਾਨੂੰ ਦੇਣ ਹੁਣ ਕੇ ਸਾਡੀ ਦਾਵਤ 2-4 ਸਾਲ ਤੋਂ ਚੱਲਦੀ ਸੀ ਪਈ। ਇਹ ਨਵਾਂ ਸਿਲੇਬਸ ਲੈ ਕੇ ਨੇ ਦਿਨ ਦਾਵਤ। ਇਹ ਨਹੀਂ ਜੇ ਦਿੰਦੇ, ਫਿਰ ਜੇ ਇਹਨਾਂ ਤੋਂ ਤਵੱਕੋ ਹੈ ਨਾ ਇਹਨਾਂ जी अस्सलाम वालेकुम। ਵਾਲੇकुम ਸਲਾਮ। आमिर साहब ये किहदी तस्वीर चल रही, कौन बुजुर्ग ने है? ਇਹ ਅਬੁਲ ਮੌਲਾਨਾ ਸਨਾਉल्ला ਅੰਮ੍ਰਿਤਸਰੀ ਦੇ ਪੋਤਰੇ ਨੇ ਇਰਫਾਨੁੱਲਾ ਸਨਾਈ। अच्छा मौजूद ने हुण? ਹਾਂਜੀ, ਸਰਗੋਦੇ ਚ। अच्छा सरगोदे, ठीक सही। ਉਹ ਤੁਸੀਂ ਕਹਿਣ ਲੱਗੇ ਸੀ ਨਾ, ਉਸ ਅੱਗੇ ਗੱਲ ਨਹੀਂ ਸੀ ਕਰਨ ਲੱਗੇ ਬਈ ਉਹ ਮੌਲਾਨਾ ਸਨਾਉल्ला ਅੰਮ੍ਰਿਤਸਰੀ ਦੇ ਬਾਰੇ जी जी ਬਰਾੜ ਦੇ ਉੱਤੇ ਸ਼ਾਮ ਨੂੰ ਗੱਲ ਨਹੀਂ ਸੀ ਹੋਣ ਲੱਗੀ। आ ਤੇ ਉਸ ਵੇਲੇ ਮੈਂ ਦੱਸਿਆ, ਮੈਂ ਕਿਹਾ ਇਹ ਉਹਨਾਂ ਦੇ ਪੋਤੇ ਨੇ ਤੇ ਉੱਥੇ ਮੌਜੂਦ ਨੇ। अच्छा अच्छा ਅੱਛਾ, ਉਹਨਾਂ ਦਾ ਤਾਂ ਮੈਂ ਸੁਣਿਆ ਸੀ ਕੋਈ ਇੱਕ ਅੱਧਾ ਪਤਾ ਨਹੀਂ ਪੁੱਤਰ ਕੇ ਪੋਤਰਾ ਕਿ ਕੋਈ ਦੋਤਰਾ ਸ਼ਾਇਦ ਕਿਸੇ ਨੇ ਮਿਰਜ਼ਾ ਸਾਹਿਬ ਨੂੰ ਵੀ ਕਬੂਲ ਕਰ ਲਿਆ ਸੀ। ਹੋਰੇ ਤੋਬਾ ਤੋਬਾ ਕਰੋ। ਉਹ ਮੌਲਾਨਾ ਬਟਾਲਵੀ ਦੇ ਇੱਕ ਦੋਤਰਾ ਬਣਾਇਆ ਹੈ ਜੈਲੀ ਤੌਰ ਤੇ ਨਾ। ਅੱਛਾ ਅੱਛਾ, ਮੌਲਾਨਾ ਬਟਾਲਵੀ ਸਾਹਿਬ, ਯਾਦ ਆ ਗਿਆ। ਅਸਲ ਚ ਇਹਨਾਂ ਨੇ ਪੜਾ ਹੀ ਇਹਨਾਂ ਨੂੰ ਇਹ ਗੋਲੀਆਂ ਇਹੋ ਜਿਹੀਆਂ ਦਿੱਤੀਆਂ ਨੇ, ਲੁੱਟਿਆ ਨਾ। अच्छा ਬਈ ਇਹ- सर वो जाली बना लिया, ਹਾਂ, वो है उन्हां दा दोतरा? ਸਮਝ ਨਹੀਂ ਆਈ। नहीं वो तुसीं कह रहे हो जाली बना दिता है, वो ते वो दोतरा है ना, बटालवी साहब दा दोतरा है जिन्हें बैत कीती सी। ਤੁਹਾਡੇ ਕੋਲ ਕੀ ਸਬੂਤ ਹੈ ਕਿ ਮੌਲਾਨਾ ਬਟਾਲਵੀ ਦਾ ਦੋਤਰਾ ਹੈ? वो आप ही जमीन ते मौजूद ने, सबूत है, दुनिया ने देखा उन्हां नूं ਇਸ ਵਕਤ सारा। ਉਹ ਕਿਹੜੀ ਜ਼ਮੀਨ ਤੇ ਮੌਜੂਦ ਨੇ? ਇਸੇ ਜ਼ਮੀਨ ਤੇ ਮੌਜੂਦ ਨੇ ਨਾ, ਤੇ ਸਾਰੇ ਲੋਕਾਂ ਨੇ ਉਹਨਾਂ ਨੂੰ ਦੇਖਿਆ, ਉਹਦੇ ਕੋਲ ਸੁਣਿਆ, ਉਹਨਾਂ ਨੇ ਆਪ ਮੰਨਿਆ ਔਰ ਦੱਸਿਆ ਵੀ ਸਾਡੇ ਮੈਨੂੰ ਐਡਰੈਸ ਨਾਨਾ ਦੇ ਜਾਨ, ਸਕਦੇ ਉਹਨਾਂ ਦਾ ਕਿਹੜੀ ਜ਼ਮੀਨ ਤੇ ਮੌਜੂਦ ਨੇ? ਸਾਡੇ ਨਾਨਾ ਜਾਨ ਸੇ ਪਤਾ ਨਹੀਂ ਹੁਣ, ਪਤਾ ਮੈਨੂੰ ਹੁਣ ਤੇ ਹਯਾਤ ਹੈ ਨੇ ਕਿ ਨਹੀਂ ਹੈ ਨੇ, ਪਰ ਹੈ ਤੇ ਸਹੀ, ਉਹਨਾਂ ਨੇ ਬੈਤ ਕੀਤੀ ਸੀ। ਉਹਨਾਂ ਉਹ ਨੂੰ ਤੇ ਕਿਸੇ ਫੌਜ ਜਲਸੇ 'ਚ ਵੀ ਮੌਜੂਦ ਸਨ, ਪਤਾ ਨਹੀਂ ਹੁਣ ਕਿਹੜੇ ਜਲਸੇ 'ਚ। 2004 ਵਾਲੇ ਜਲਸੇ 'ਚ ਉਹਨਾਂ ਨੇ ਨਾ, ਜੀ ਤੁਹਾਡੇ ਖਲੀਫਾ ਸਾਹਿਬ ਨੇ ਤੁਹਾਨੂੰ ਗੋਲੀ ਦਿੱਤੀ ਹੈ। ਹਾਂ, ਉਹਨਾਂ ਨੇ ਸਭ ਦਿਖਾਇਆ ਸੀ, ਉਹਨਾਂ ਨੂੰ ਸਾਹਮਣੇ ਸਟੇਜ ਤੇ ਬੁਲਾਇਆ ਸੀ। ਆ ਬਈ ਇਹ ਜਿਹੜੇ ਨੇ, ਇਹ ਮੌਲਾਨਾ ਬਟਾਲਵੀ ਦੇ ਦੋਤਰੇ ਨੇ। ਹਾਂਜੀ ਹਾਂਜੀ, ਉਹਨਾਂ ਨੇ ਵੀ ਐਡਮਿਟ ਕੀਤਾ ਜੀ। ਲੇਕਿਨ ਹਾਂ, ਉਹ ਮੈਂ ਝੂਠ ਦੇ ਪੈਰ ਕੋਈ ਨਹੀਂ ਨਾ ਹੁੰਦੇ। ਕਿਉਂ? ਉਹ ਕਹਿੰਦੇ ਨੇ ਕਿ ਮੈਂ ਮੁਹੰਮਦ ਸੈਨ ਬਟਾਲਵੀ ਦੀ ਬੇਟੀ ਅਮਤੁਰ ਰਊਫ ਦਾ ਬੇਟਾ, ਤੇ ਮੈਂ ਮੌਲਾਨਾ ਬਟਾਲਵੀ ਦੀ ਸਾਰੀ ਔਲਾਦ ਇੱਥੇ ਤੁਹਾਡੇ ਸਾਹਮਣੇ ਰੱਖਣਾ, ਵਿੱਚੋਂ ਅਮਤੁਰ ਰਊਫ ਬੇਟੀ ਨਾਂ ਕੱਢ ਕੇ ਦੱਸਿਓ। 5 ਬੇਟੀਆਂ ਨੇ, 5 ਬੇਟੇ ਨੇ, ਤੇ ਸਾਰਿਆਂ ਦੇ ਨਾਮ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦੇਣਾ, ਤੁਸੀਂ ਵਿੱਚ ਮੈਨੂੰ ਅਮਤੁਰ ਰਊਫ ਕੱਢ ਕੇ ਵਿਖਾ ਦਿਓ। ਝੂਠ ਦੇ ਪੈਰ 'ਚ ਕੋਈ ਨਹੀਂ ਹੁੰਦੇ। ਝੂਠ ਬੰਦਾ ਮਾਰਨ ਲੱਗਿਆ ਇਹ ਤੇ ਨਾ ਸੋਚਦਾ ਕੱਲ ਨੂੰ ਫੜਿਆ ਜਾਣਾ ਹੈ। ਅੱਛਾ ਆਮਿਰ ਭਾਈ, ਵੈਸੇ ਫॉर द ਸੇਕ ਆਫ ਆਰਗੂਮੈਂਟ ਥੋੜੀ ਦੇਰ ਵਾਸਤੇ ਅਗਰ ਮੰਨ ਲਿਆ ਜਾਏ ਕਿ ਉਹ ਮੌਲਾਨਾ ਬਟਾਲਵੀ ਸਾਹਿਬ ਦੇ ਪੋਤਰੇ ਨੇ, ਤੇ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਵਹਾ ਕੇ ਕਿ ਭਈਆ ਮੌਲਾਨਾ ਬਟਾਲਵੀ ਸਾਹਿਬ ਦੇ ਮਤਲਬ ਆਲ ਦੇ ਵਿੱਚੋਂ ਨੇ, ਤੇ ਇਹਨਾਂ ਨੇ ਮਿਰਜ਼ਾ ਸਾਹਿਬ ਨੂੰ ਕਬੂਲ ਕਰ ਲਿਆ, ਇਹਦੇ ਤੋਂ ਕੀ ਸਾਬਤ ਹੋਏਗਾ? ਹੱਕਾਨੀਅਤ ਅਹਿਮਦੀਅਤ। ਅੱਛਾ, ਤੇ ਜਿਹੜੇ ਅਬਦੁੱਲਾ ਅਥਮ ਦੇ ਮਨਾਜ਼ਰੇ ਤੋਂ ਬਾਅਦ ਲੋਕ ਮਸੀਹੀ ਹੋਏ ਸਨ, ਉੱਥੋਂ ਨਹੀਂ ਕੋਈ ਸਾਬਤ ਹੋਏਗਾ ਫਿਰ? ਉਹ ਇਹਨਾਂ ਦਾ ਸਾਲਾ ਸੀ, ਇਹਨਾਂ ਦੀ ਬੀਵੀ ਦਾ ਕਜ਼ਨ ਸੀ, ਨੁਸਰਤ ਜਹਾਂ ਬੇਗਮ ਸਾਹਿਬਾ ਦਾ, ਸਈਦ ਉਹਦਾ ਨਾਂ ਸੀ। ਉਹ ਕ੍ਰਿਸਚਨ ਹੋ ਗਿਆ ਸੀ। ਆਹੋ, ਉਹਦੇ ਨਾਲ ਉਹਦੇ ਨਾਲ ਕ੍ਰਿਸਚੈਨਿਟੀ ਜਿਹੜੀ ਹੈ ਉਹਦੀ ਹੱਕਾਨੀਅਤ ਸਾਬਤ ਨਹੀਂ ਹੁੰਦੀ। ਅੱਛਾ, ਉਹਦੇ ਨਾਲ ਨਹੀਂ ਹੁੰਦੀ ਸਾਬਤ। ਕਿਉਂ ਜੀ ਨਜ਼ੀਰ ਸਾਹਿਬ? ਨਹੀਂ ਉਹ ਤੇ ਦੇਖੋ, ਮਸੀਹ ਇਸਲਾਮ ਦੇ ਦਾਅਵੇ ਤੋਂ ਪਹਿਲੇ ਤਕਰੀਬਨ ਉਹੀ ਜ਼ਮਾਨਾ। ਕਿਉਂਕਿ ਉੱਥੇ ਤੇ ਨਹੀਂ ਨਜ਼ੀਰ ਸਾਹਿਬ 2 ਮਿੰਟ,
10 लाख लोग ईसाई हो गए सन, 10 लाख ਮਸੀਹ लोग ਸੱਚੀ मसीह ਹੈ ਜਾਂ इख्तियार ਮਿਰਜ਼ਾ ਸਾਹਿਬ ਸੱਚੇ ਨੇ, ਇਹ ਦੋ ਕੰਮ ਹੋਣੇ ਸਨ। ਤੇ ਉੱਥੇ ਮਿਰਜ਼ਾ ਸਾਹਿਬ ਨੂੰ ਤੇ ਕਬੂਲ ਕਿਸੇ ਕੀਤਾ ਕੋਈ ਨਹੀਂ। ਈਵਨ ਮਿਰਜ਼ਾ ਸਾਹਿਬ ਦੇ ਸਾਹਮਣੇ ਲੋਕਾਂ ਨੇ ਸਲੀਬ ਨੂੰ ਚੁੱਕਿਆ ਹੈ ਤੇ ਜਨਾਬ ਉੱਥੇ ਉਹਨਾਂ ਨੇ ਸਲੀਬ ਨੂੰ ਕਬੂਲ ਕੀਤਾ ਹੈ। ਇਹ ਕੰਮ ਸਗੋਂ ਜ਼ਿਆਦਾ ਡਾਢਾ ਹੋ ਗਿਆ ਹੈ। ਬਾਅਦ ਵਿੱਚ ਅਗਰ ਮੌਲਾਨਾ ਹੁਸੈਨ ਬਟਾਲਵੀ ਨੂੰ ਮੰਨ ਲਿਆ ਜਾਏ ਕਿ ਉਹਨਾਂ ਦੇ ਪੋਤਰੇ ਨੇ, ਕਿਸੇ ਨੇ ਕਬੂਲ ਕੀਤਾ, ਤੇ ਮਿਰਜ਼ਾ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਤੇ ਮੇਰਾ ਹਾਲੇ ਸ਼ਾਇਦ ਫਿਰ ਉਹ ਨਹੀਂ ਹੋਇਆ ਕੰਮ। ਇਹ ਤੇ ਮਿਰਜ਼ਾ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਹੋਇਆ। ਇਸ ਮਿਆਰ ਤੇ ਫਿਰ ਸਾਡਾ ਝੰਡਾ ਉੱਤੇ ਹੋ ਗਿਆ। हाँ भाई अपना नज़ीर साहब इस गल का नहीं। की जवाब दईए। नहीं वो तो गल सुनो, वो मसीहत जी इख्तियार की 10 लाख मुसलमानों ने मसीहत इख्तियार कर ली सी। वो तो कोई गल एक दी गल तो नहीं उस होगी। सवाल का जवाब तो ना होया। उस ਉਹਦੇ ਨਾਲ ਤੇ ਦੇਖਿਆ ਜਾਏ ਤੇ ਫਿਰ ਇਸਲਾਮ ਵੀ ਗਲਤ ਹੋ ਜਾਂਦਾ ਹੈ। मैं वही तो प्यार करना कि अगर एक ਕਿਸੇ ਦੇ छड़ के ਨਹੀਂ ਉਹਦੇ ਚੋਂ ਸਦਾਕਤ ਦੀ ਗੱਲ ਨਹੀਂ ਹੋ ਰਹੀ ਸੀ। ਉਹਦੇ ਮਕਸਦ ਸੀ ਕਿ ਦੇਖੋ ਜਿਹੜਾ ਮਾਵਾਂ ਦੇ ਅਹਿਮਦੀਅਤ ਵੱਡੇ ਦੋ ਹੈ ਸਨ ਤੇ ਉਹਨਾਂ ਦੇ ਇੱਕ ਦੇ ਦੇਖੋ ਉਹਦੇ ਖਾਨਦਾਨ ਵਿੱਚੋਂ ਅਹਿਮਦੀਅਤ ਤੇ ਸ਼ੁਰੂ ਹੋ ਗਈ, ਉਹਨੇ ਕਬੂਲ ਕਰ ਲਈ। ਬਸ ਇੰਨੀ ਜੀ ਗੱਲ ਸੀ, ਉਹਦੇ 'ਚ ਤੇ ਕੋਈ ਮਸਲਾ ਨਹੀਂ ਹੁੰਦਾ। ਸਦਾਕਤ ਤੇ ਫਿਰ ਹੁਣ ਅਗਰ ਜੇ ਮਸੀਹਤ 10 ਲੱਖ ਲੋਕਾਂ ਨੇ ਮਸੀਹਤ ਇਖਤਿਆਰ ਕੀਤੀ ਤੇ ਫਿਰ ਇਸਲਾਮ ਝੂਠਾ ਹੋ ਗਿਆ ਤੇ ਫਿਰ ਮਸੀਹਤ ਸੱਚੀ ਹੋ ਗਈ, ਫਿਰ ਕੀ ਹੋ ਗਿਆ? ਦਲਾਇਲ ਨਾਲ ਪਰ ਕਿਸੇ ਦਾ ਇੱਧਰ ਉੱਧਰ ਆਉਣਾ ਜਾਣਾ ਇਹਦੀ ਗੱਲ ਨਹੀਂ ਹੁੰਦੀ। ਮੌਕਫ ਹੈ ਹੀ ਨਹੀਂ ਨਾ ਕਿ ਅਗਰ ਕੋਈ ਬੰਦਾ ਇੱਧਰ ਆਉਂਦਾ ਪਿਆ ਜਾਂ ਉੱਧਰ ਪਿਆ ਜਾਂਦਾ ਹੈ ਤੇ ਕਿਸੇ ਕਿਸਮ ਦੀ ਸੱਚਾਈ ਦੀ ਦਲੀਲ ਹੁੰਦੀ ਹੈ। ਹਾਂ ਜੀ, ਮੌਕਫ ਹੈ ਹੀ ਨਹੀਂ ਕੋਈ ਇਹੀ ਗੱਲ, ਬਸ ਇਹ ਗੱਲ ਇੰਨੀ ਜੀ ਗੱਲ ਹੈ। ਲੇਕਿਨ ਅੱਜ ਕੱਲ੍ਹ ਤੇ ਜਿਹੜੇ ਮਿਰਜ਼ਾ ਸਾਹਿਬ ਦੇ ਮੰਨਣ ਵਾਲੇ ਨੇ, ਉਹਨਾਂ ਨੇ ਸੱਚਾਈ ਦੀ ਦਲੀਲ ਇਹ ਬਣਾਈ ਹੈ ਕਿ ਫਲਾਣਾ ਬੰਦਾ ਜਿਹੜਾ ਉਹਨੇ ਵੀ ਮਿਰਜ਼ਾ ਸਾਹਿਬ ਨੂੰ ਕਬੂਲ ਕਰ ਲਿਆ, ਧਮਕਾਣਾ ਜਿਹੜਾ ਉਹਨੇ ਵੀ ਕਬੂਲ ਕਰ ਲਿਆ। ਅਹਿਮਦੀਅਤ ਫੈਲ ਰਹੀ ਹੈ, ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚ ਰਹੀ ਹੈ। ਹਾਂ ਨਹੀਂ ਉਹ ਤੇ ਤੁਸੀਂ ਗੂਗਲ ਕਰੋਗੇ ਤੇ ਇਸ ਟਾਈਮ ਜਿਹੜਾ ਜ਼ਿਆਦਾ ਫੈਲਣ ਵਾਲੀ ਜਮਾਤ ਹੈਗੀ ਉਹ ਜਮਾਤ ਅਹਿਮਦੀ ਹੀ ਹੈ ਪੂਰੀ ਦੁਨੀਆ ਤੇ। ਉਹੀ ਕਹਿ ਰਹੇ ਨਾ, ਮਿਆਰ ਤੇ ਆ ਹੀ ਹੈ ਨਾ ਕਿ ਮਿਰਜ਼ਾ ਸਾਹਿਬ ਕਰਦੇ ਨੇ। ਮਿਰਜ਼ਾ ਸਾਹਿਬ ਮਿਆਰ ਮਕਸਦ ਹੈ ਕਿ ਜਿਹੜੀ ਹਕੀਕਤ ਹੁੰਦੀ ਉਧਰ ਹੀ ਦੁਨੀਆ ਜ਼ਿਆਦਾ ਜਾਂਦੀ ਹੈ ਨਾ। ਬਸ ਇਹ ਵੀ ਮਿਆਰ ਹੈ ਤੇ ਸਹੀ ਨਾ, ਹੱਕ ਵਾਲੀ ਜਾਂਦੇ ਨੇ ਜ਼ਿਆਦਾ। अस्सलाम वालेकुम। ਜੀ ਵਾਲੇਕੁਮ ਸਲਾਮ। ਇਹ ਨਜ਼ੀਰ ਸਾਹਿਬ ਹੁਣ ਵੇਖ ਲਓ, ਇਹ ਜ਼ਿਆਦਾ ਫੈਲਣ ਨੂੰ ਆਪਣੀ ਸੱਚਾਈ ਦਾ ਨਿਸ਼ਾਨ ਕਰਾਰ ਦੇ ਰਿਹਾ ਹੈ ਤੇ ਹੁਣ 2 ਮਿੰਟਾਂ ਬਾਅਦ ਇਹਨਾਂ ਨੇ ਕਹਿਣਾ ਨਹੀਂ ਨਹੀਂ ਇਹ ਕੋਈ ਮਿਆਰ ਤਾਂ ਨਹੀਂ ਹੈ, ਇਹ ਕੋਈ ਸੱਚਾਈ ਦੀ ਦਲੀਲ ਤਾਂ ਨਹੀਂ ਹੈ। ਇਹ ਤੁਹਾਡੇ ਉੱਤੇ ਹੀ ਜੋਸਫ ਸਾਹਿਬ ਬੈਠੇ ਨੇ, ਇਹਨਾਂ ਦਾ ਕਮਿਊਨਿਟੀ ਤਾਦਾਦ ਦੇ ਵਿੱਚ ਵੀ ਸਭ ਤੋਂ ਜ਼ਿਆਦਾ, ਮੁਲਕ ਵੀ ਇਹਨਾਂ ਦੇ ਸਭ ਤੋਂ ਜ਼ਿਆਦਾ, ਤੇ ਹੈ ਵੀ 2000 ਸਾਲ ਤੋਂ ਮੌਜੂਦ ਨੇ। ਤੇ ਇਹ ਛੱਡ ਕੇ ਕਾਦੀਆਨੀਅਤ ਤੇ ਕ੍ਰਿਸਚਨ ਹੋ ਜਾਓਗੇ ਨਜ਼ੀਰ ਸਾਹਿਬ। ਨਹੀਂ ਡੈਰਿੰਗ ਸਾਹਿਬ, ਗੱਲ ਇਹ ਨਹੀਂ ਹੋ ਰਹੀ। ਗੱਲ ਉਹ ਤੇ ਹੈ ਨਾ, ਮਕਸਦ ਹੈ ਕਿ ਮੈਂ ਪਹਿਲੇ ਦੱਸ ਰਿਹਾ ਕਿ 10 ਲੱਖ ਮੁਸਲਮਾਨ ਈਸਾਈ ਹੋ ਗਏ ਸਨ ਪਹਿਲੇ, ਹੁਣ 100 ਸਾਲ ਪਹਿਲੇ। ਨਹੀਂ ਉਹ ਕੋਈ ਗੱਲ ਨਹੀਂ ਮੈਂ ਪੁੱਛ ਰਿਹਾ, ਮੈਂ ਸਿਰਫ ਇਹ ਪੁੱਛ ਰਿਹਾ ਕਿ ਉਹ 2000 ਸਾਲ ਤੋਂ ਉਹ ਗਰੋ ਕਰ ਰਿਹਾ ਇਸ ਟਾਈਮ ਦੁਨੀਆ ਦੇ ਤਾਦਾਦ ਦੇ ਵਿੱਚ ਪਹਿਲੇ ਨੰਬਰ ਤੇ। ਮੁਲਕ ਵੀ ਉਹਨਾਂ ਦੇ ਜ਼ਿਆਦਾ, ਇਨਫਰਾਸਟ੍ਰਕਚਰ ਜ਼ਿਆਦਾ, ਪਾਵਰ ਜ਼ਿਆਦਾ, ਹਰ ਸ਼ਹਿਰ ਦੇ ਵਿੱਚ ਬਾਕੀ ਸਾਰੇ ਮਜ਼ਹਬਾਂ ਨਾਲੋਂ ਅੱਗੇ ਆ। ਤੇ ਛੱਡੋ ਮਿਰਜ਼ਾ ਸਾਹਿਬ ਨੂੰ ਤੇ ਉਹ ਬੈਤ ਕਰੋ ਜੋਸਫ ਸਾਹਿਬ ਦੇ ਹੱਥ ਤੇ। ਨਹੀਂ ਅੱਛਾ, ਤੁਸੀਂ ਇਹ ਦੱਸੋ ਕੁਰਾਨ ਕਰੀਮ ਨੇ ਜਿਹੜੀ ਸੱਚਾਈ ਦੱਸੀ ਹੈ ਜ਼ਿਆਦਾ ਜਾਣ ਨਾਲ ਜਾਂ ਜ਼ਿਆਦਾ ਹੋਣ ਨਾਲ ਦੱਸੀ ਹੈ ਜਾਂ ਕੋਈ ਹੋਰ ਵਜ੍ਹਾ ਦੱਸੀ? ਸੱਚਾਈ ਦੀ ਕੀ ਦਲੀਲ ਦੱਸੀ ਹੈ? ਲਓ ਜੀ ਸੁਣ ਲਿਆ ਜੀ। ਮੈਂ ਕਿਹਾ ਕਹਿਣ ਲੱਗਾ ਬਿਲਕੁਲ ਤੁਸੀਂ ਦੱਸੋ ਨਾ, ਚਲੋ ਦੱਸੋ। 2 ਮਿੰਟ ਬਾਅਦ ਸੁਣ ਲਿਆ ਜੀ ਕੀ ਕਿਹਾ ਸੀ ਤੁਹਾਨੂੰ? ਕਿਹਾ ਹੁਣੇ ਇਹ ਕਹਿ ਰਹੇ ਆ ਕਿ ਜਿਹੜੇ ਸੱਚੇ ਹੁੰਦੇ ਉਧਰ ਲੋਕ ਜ਼ਿਆਦਾ ਜਾਂਦੇ, ਤੇ ਮੈਂ ਕਿਹਾ 2 ਮਿੰਟ ਬਾਅਦ ਇਹਨਾਂ ਨੇ ਬਦਲ ਜਾਣਾ, ਨਾਲ ਹੀ ਬਦਲ ਬਈ ਮੇਰੇ ਅੱਲਾ ਦੇ ਬੰਦੇ ਬਈ ਗੱਲ ਸਮਝਣ ਦੀ ਹੈ ਨਾ। ਹੁਣ ਸਮਝਣ ਤੁਸੀਂ ਦੂਸਰੀ ਤਰਫ ਲੈ ਜਾਂਦੇ ਹੋ ਨਾ। ਉਹ ਜੋ ਲੋਕੀ ਅਗਰ ਕਿਧਰੇ ਜਾ ਰਹੇ ਨੇ ਤੇ ਉਹ ਉਹਨੂੰ ਸਹੀ ਸਮਝ ਕੇ ਜਾ ਰਹੇ ਨੇ ਕਿਸਮ ਦੇ, ਅਗਰ ਜ਼ਿਆਦਾ ਜਿਸ ਤਰ੍ਹਾਂ ਵੀ। ਤਾਂ ਫਿਰ ਉਹ ਕਿਉਂ ਨਹੀਂ ਜਾਂਦੇ ਤੁਸੀਂ ਕ੍ਰਿਸਚਨ ਨਾਲ? ਹਾਂ ਤੇ ਉਹੀ ਕਹਿ ਰਹੇ ਨਾ, ਅਗਰ ਕ੍ਰਿਸਚਨ ਸਹੀ ਨੇ ਤੇ ਸਾਰੇ ਉਧਰ ਟੁਰ ਜਾਣ, ਸਾਨੂੰ ਤੇ ਕੋਈ ਇਤਰਾਜ਼ ਨਹੀਂ ਹੈ ਬਈ। ਜਾਓ ਨਾ ਫਿਰ, ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਕਿ ਜਿਹੜੇ ਸਹੀ। ਸਾਨੂੰ ਕਿਉਂ ਕਹਿ ਰਿਹਾ ਤੁਸੀਂ? ਨਹੀਂ, ਅਗਰ ਸਹੀ ਹੈ ਤੇ ਤੁਸੀਂ ਵੀ ਸਾਡਾ ਤੇ ਕ੍ਰਾਈਟੇਰੀਆ ਨਹੀਂ ਹੈ, ਸਾਡਾ ਤੇ ਹੈ ਹੀ ਨਹੀਂ ਵੀ ਜਿਹੜਾ ਕੋਈ ਬਹੁਤੇ ਹੋਣ। ਮੈਂ ਇਹੀ ਪੁੱਛ ਰਿਹਾ ਮਿਆਰ ਕੀ ਹੈ? ਤੁਸੀਂ ਕੁਰਾਨ ਤੋਂ ਦੱਸੋ ਮਿਆਰ ਕੀ ਹੈ? ਕੋਈ ਉਹ ਤਾਂ ਦੱਸ ਦਿਆਂਗੇ, ਪਹਿਲੇ ਆਇਆ ਤਾਂ ਨਿਬੇੜ ਲਓ। ਬਸ ਉਹ ਦੱਸੋ ਤੇ ਉਹੀ ਮਿਆਰ ਹੈ। ਤੁਸੀਂ 2 ਮਿੰਟ ਕਹਿ ਰਹੇ ਸੀ ਹਾਂ ਵੀ ਜਿਹੜੇ ਸੱਚੇ ਹੁੰਦੇ ਲੋਕ ਉਧਰ ਹੀ ਜਾਂਦੇ। ਮੈਂ ਤੇ ਇਹੀ ਕਹਿ ਰਿਹਾ ਕਿ ਦੇਖੋ 10 ਲੱਖ ਲੋਕ ਜਿਹੜੇ ਨਾ ਈਸਾਈਅਤ ਕਬੂਲ ਕਰ ਗਏ ਸਨ 100 ਸਾਲ ਪਹਿਲੇ, 150 ਸਾਲ ਪਹਿਲੇ, ਤੇ ਫਿਰ ਉਹ ਤੇ ਮੈਂ ਇਹੀ ਤੇ ਗੱਲ ਕਰ ਰਿਹਾ, ਜ਼ਿਆਦਾ ਉਧਰ ਗਏ ਸਨ ਫਿਰ। ਤੇ ਉਹ ਫਿਰ ਆਪੇ ਤਾਂ ਤੁਸੀਂ 2 ਮਿੰਟ ਪਹਿਲੇ ਕਿਹਾ ਸੀਗਾ ਵੀ ਜਿਹੜੇ ਉਹ ਤਾਂ ਹੀ ਲੋਕੀ ਜਾ ਰਹੇ ਕਿਉਂਕਿ ਉਹ ਸੱਚੇ ਆ ਤੇ ਤਾਂ ਹੀ ਜ਼ਿਆਦਾ ਲੋਕੀ ਉਧਰ ਜਾਂਦੇ।
ਨਹੀਂ ਮੈਂ ਉਹੀ ਕਹਿ ਰਿਹਾ ਕਿ ਉਹਨਾਂ ਨੂੰ ਕੁਝ ਨਜ਼ਰ ਆਉਂਦਾ ਤੇ ਲੋਕੀ ਜਾਂਦੇ, ਜਿੱਧਰ ਵੀ ਜਾਣ ਕੁਝ ਨਜ਼ਰ ਆਉਂਦਾ ਤੇ ਜਾਂਦੇ ਨੇ, ਜਾਣ ਲੱਗ ਪੈਂਦੇ ਨੇ, ਇਹ ਗੱਲ ਹੈ। ਇਹਦਾ ਮਤਲਬ ਇਹ 10 ਲੱਖ ਲੋਕ ਆ ਗਏ ਤੇ ਟੋਟਲ ਤੁਹਾਡੀ ਤਾਦਾਦ ਮੇਰੇ ਖਿਆਲ ਨਾਲ ਕੋਈ 15 ਲੱਖ ਹੋਣੀ, ਕੋਈ 1.5 ਸਾਲ ਦੇ 150 ਸਾਲ ਦੇ ਵਿੱਚ ਸ਼ਾਇਦ, ਚਲੋ 20 ਲੱਖ 15 ਵੀ ਕੋਈ ਨਹੀਂ ਹੈ ਜੀ, ਇਹ ਵੀ ਤੁਸੀਂ ਜਿਹੜਾ ਨਾ ਬਹੁਤ ਜ਼ਿਆਦਾ ਹੀ ਇਹਨਾਂ ਨੂੰ ਵੈਸੇ ਹਾਂ 15 ਵੀ ਮੁਸ਼ਕਲ ਹੀ ਹੋਏਗੀ, ਲੇਕਿਨ ਨਹੀਂ ਤੁਹਾਡੇ ਵੱਲ ਭਾਈ ਜੋਸਫ ਸਾਹਿਬ 10 ਲੱਖ ਲੋਕ ਮਸੀਹਤ ਨੇ ਇਖਤਿਆਰ ਕਰ ਗਏ ਸਨ, ਈਸਾਈਅਤ ਤੇ ਉਹ ਚਲੇ ਤੁਹਾਨੂੰ ਗਏ ਕਹਿ ਰਿਹਾ, ਤੇ ਟੋਟਲ ਤੁਹਾਡੀ ਜਿਹੜੀ 150 ਸਾਲ ਦੀ ਅਗਰ ਤਾਦਾਦ ਵੇਖੀ ਜਾਏ ਨਾ, 130 40 ਸਾਲ ਜਾਂ 50 ਸਾਲ ਦੀ, ਤੇ 15 ਲੱਖ ਵੀ ਮੇਰੇ ਖਿਆਲ ਹੈ ਮੁਸ਼ਕਲ ਹੀ ਹੋਣੀ ਹੈ ਤੁਹਾਡੇ ਲੋਕਾਂ ਦੀ। ਤੇ ਮਿਰਜ਼ਾ ਸਾਹਿਬ ਦੇ ਦੌਰ ਦੇ ਵਿੱਚ ਵੇਖ ਲਵੋ ਕਿ 10 ਲੱਖ 15 ਲੱਖ ਮਿਰਜ਼ਾ ਸਾਹਿਬ ਦੇ ਹੁੰਦਿਆਂ ਲੋਕ ਘੜੇਚ ਹੋ ਗਏ ਨੇ ਉਧਰੋਂ। ਉਹ ਛੱਡੋ, ਉਹਨਾਂ ਨੂੰ ਛੱਡ ਦਵੋ, ਉਹ ਜਿਹੜੇ ਘੜੇਚ ਹੋਏ ਨੇ, ਮੁੱਦਾ ਜ਼ਿਆਦਾ ਉੱਥੇ ਬਣੇਗਾ ਜਿੱਥੇ ਮਿਰਜ਼ਾ ਸਾਹਿਬ ਦੀ ਮੌਜੂਦਗੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਧਰ ਆਏ ਨੇ ਤੇ ਮਿਰਜ਼ਾ ਸਾਹਿਬ ਦੇ ਘਰੋਂ ਲੋਕ ਆਏ ਨੇ। ਨਹੀਂ ਜਦੋਂ ਮਿਰਜ਼ਾ ਸਾਹਿਬ ਦੀ ਮੌਜੂਦਗੀ 'ਚ ਫਿਰ ਨਹੀਂ, ਫਿਰ ਬਹੁਤ ਰੁਕਾਵਟ ਹੋ ਗਈ, ਜਿਹੜੀ ਜਿਸ ਸਪੀਡ ਨਾਲ ਸ਼ੁਰੂ ਹੋਇਆ ਸੀ ਕੰਮ ਉਹ ਰੁਕ ਗਿਆ ਸੀ, ਕੰਮ ਹੋ ਗਿਆ ਸੀ। ਜੰਗੇ ਫਿਰ ਮੁਕੱਦਸ ਜਦੋਂ ਉਹਨਾਂ ਨੇ ਇਬਰਾਹੀਮ ਅਹਿਮਦੀਆ ਲਿਖੀ ਨਾ, ਔਰ ਬਾਅਦ ਵਿੱਚ ਫਿਰ ਉਹਨਾਂ ਨੇ ਜਦ ਮਨਾਜ਼ਰੇ ਕੀਤੇ, ਉਸ ਤੋਂ ਬਾਅਦ ਕੰਮ ਦੇ ਰੁਕ ਵਿੱਚ ਗਿਆ। ਤਾਂ ਕੰਮ ਹੋਇਆ ਨਹੀਂ ਰੁਕ ਗਿਆ, ਫਿਰ ਰੁਕ ਗਿਆ ਕੰਮ। ਨਹੀਂ, ਕਿੱਥੇ ਫਿਰ ਉਹਦੇ ਰੁਕ ਬਾਅਦ ਗਿਆ, ਕੰਮ ਹੋਇਆ। ਫਿਰ ਉਹਦੇ ਬਾਅਦ ਮਤਲਬ ਹੈ ਕਿ ਦੇ ਵਿੱਚ ਸਭ ਤੋਂ ਜ਼ਿਆਦਾ ਮਸੀਹੀ ਤੁਹਾਨੂੰ ਨਜ਼ਰ ਆਣਗੇ, ਸਿੱਖ ਨਜ਼ਰ ਆਣਗੇ ਤੁਹਾਡੇ ਲੋਕ। ਸਪੀਡ ਨਾਲ ਸ਼ੁਰੂ ਹੋਇਆ ਸੀ ਨਾ, ਉਹ ਫਿਲਮ ਇੱਕਦਮ ਸਟਾਪ ਹੋ ਗਿਆ। ਫਿਰ ਪਤਾ ਨਹੀਂ ਕਿੱਥੇ ਸਟਾਪ ਹੋ ਗਿਆ, ਇਹ ਤੇ ਖਾਲੀ ਜ਼ਬਾਨੀ ਜਮਾ ਖਰਚ ਹੈ ਨਾ। ਬਹਰਹਾਲ ਅਸੀਂ ਤਾਂ ਤੁਹਾਨੂੰ ਸੁਣਾ ਸਕਦੇ ਹਾਂ ਕਿ ਮਿਰਜ਼ਾ ਸਾਹਿਬ ਕਿਤਾਬੁਲ ਬਰੀਆ ਤੁਸੀਂ ਪੜ੍ਹ ਲਓ, ਦੇ ਵਿੱਚ ਸਾਫ਼ ਲਿਖਿਆ ਉਹ ਮਿਰਜ਼ਾ ਸਾਹਿਬ ਦੇ ਸਾਹਮਣੇ ਲੋਕ ਹੋਏ ਸਨ। ਈਵਨ ਇਹ ਜਿਹੜਾ ਤੁਹਾਡਾ ਨਬੀਲ ਕੁਰੈਸ਼ੀ ਨਾ, ਜਿਹੜਾ ਬਹੁਤ ਇੱਕਾ ਦੁੱਕਾ ਤੇ ਜ਼ਾਹਿਰ ਹੋ ਰਹੇ ਸਨ, ਇੱਕਾ ਦੁੱਕਾ ਤੇ ਹੋ ਰਹੇ ਸਨ, ਪਰ ਉਹ ਜਿਹੜੀ ਸਪੀਡ ਫੜੀ ਦੀ ਗਈ ਸੀ ਨਾ, ਬਿਲਕੁਲ ਹੀ ਫੌਜ ਦਾਖਲ ਹੋ ਰਹੇ ਸਨ ਨਾ ਉਧਰ। ਆਪਣਾ ਵੀਰ ਸਾਹਿਬ, ਹਾਂਜੀ 1 ਮਿੰਟ ਵਾਸਤੇ ਜਿਹੜੀ ਉਹ ਸਪੀਡ ਫੜੀ ਸੀ ਨਾ, ਉਹਨੂੰ ਛੱਡ ਦਿੰਦੇ ਆ। ਹਾਂਜੀ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਕ੍ਰਿਸਚੀਅਨਿਟੀ ਸੀ ਉਹ ਫੈਲ ਰਹੀ ਸੀ, ਉਹ ਪਾਦਰੀ ਆਏ ਸੀ ਤੇ ਪੂਰੇ ਹਿੰਦੁਸਤਾਨ ਨੂੰ ਕ੍ਰਿਸਚਨ ਕਰਨਾ ਚਾਹੁੰਦੇ ਸੀ, ਰੌਲਾ ਪੈ ਗਿਆ ਸੀ, ਰਸ਼ ਹੋ ਗਿਆ ਸੀ, ਜੋ ਵੀ। ਬਿਲਕੁਲ ਬਿਲਕੁਲ ਉਹਨੂੰ 1 ਮਿੰਟ ਸਾਈਡ ਤੇ ਛੱਡ ਦਿੰਦੇ ਆ, ਜਿਹੜੇ ਬੰਦੇ ਉਸ ਵਜ੍ਹਾ ਤੋਂ ਹੋਏ ਨੇ। ਜਦੋਂ ਮਿਰਜ਼ਾ ਸਾਹਿਬ ਖੁਦ ਮੌਜੂਦ ਸਨ, ਦਲਾਇਲ ਦੇ ਕੇ ਮਿਰਜ਼ਾ ਸਾਹਿਬ ਨੇ ਮਨਾਜ਼ਰਾ ਕੀਤਾ, ਇਹਨਾਂ ਦੇ ਦਲਾਇਲ ਦੇਖ ਕੇ ਮਨਾਜ਼ਰੇ ਤੋਂ ਬਾਅਦ ਅਗਰ ਬੰਦਾ ਮਿਰਜ਼ਾ ਸਾਹਿਬ ਨੂੰ ਛੋੜ ਜੇ ਤੇ ਫਿਰ ਉਹਦਾ ਕੀ ਮਤਲਬ ਹੁੰਦਾ ਹੈ? ਉਹਨਾਂ ਦੇ ਦੋਵਾਂ ਦੇ ਦਲਾਇਲ ਦੇਖ ਕੇ ਛੋੜ ਜਾਏ। ਹਾਂ, ਮੁਨਾਜ਼ਰੇ ਦੀ ਸੁਣ ਕੇ, ਰਿਪੋਰਟ ਦੇਖ ਕੇ, ਦਲਾਇਲ ਦੋਵਾਂ ਦੇ ਸੁਣ ਕੇ ਤੇ ਮਿਰਜ਼ਾ ਸਾਹਿਬ ਨੂੰ ਛੋੜ ਜਾਂਦਾ ਹੈ, ਉਹਦਾ ਕੀ ਮਤਲਬ ਹੁੰਦਾ ਹੈ? ਉਹਦਾ ਮਤਲਬ ਤੇ ਉਹੀ ਦੱਸ ਸਕਦਾ ਹੈ। ਉਹਨੇ ਈਸਾਈਅਤ ਨੂੰ ਸੱਚਾ ਸਮਝਿਆ ਹੋਣਾ ਤੇ ਫਿਰ ਛੋੜ ਗਿਆ ਹੋਣਾ। ਅਗਰ ਇਹਦਾ ਮਤਲਬ ਤੇ ਮਰਜ਼ਈਅਤ ਨੂੰ ਫਿਰ ਝੂਠਾ ਹੀ ਸਮਝ ਲਿਆ ਨਾ ਉਹਨਾਂ ਨੇ। ਮਿਰਜ਼ਾ ਸਾਹਿਬ ਦੇ ਦਲਾਇਲ ਵੀ ਉਹਨੇ ਸਾਰੇ ਸੁਣ ਲਏ। ਤੁਹਾਡੇ ਹਿਸਾਬ ਨਾਲ ਮਤਲਬ ਤੁਸੀਂ ਵੀ ਆਮਿਰ ਸਾਹਿਬ ਇਹ ਕੀ ਕਹਿੰਦੇ ਹੋ, ਜਦੋਂ ਮਨਾਜ਼ਰੇ ਹੋਏ ਨੇ ਉਹਦੇ 'ਚ ਮਿਰਜ਼ਾ ਸਾਹਿਬ ਜਿੱਤੇ ਸਨ ਜਾਂ ਮਸੀਹਤ ਜਿੱਤੀ ਸੀ? ਮਨਾਜ਼ਰੇ ਹੋਏ ਨੇ ਈਸਾਈ ਉਹਨਾਂ ਮਸੀਹ ਪਾਦਰੀਆਂ ਨਾਲ ਜਦੋਂ ਮਨਾਜ਼ਰੇ ਹੁੰਦੇ ਸਨ ਉਹਨਾਂ ਦੇ। ਮਨਾਜ਼ਰਾ ਵੱਡਾ ਮਨਾਜ਼ਰਾ ਜਿਹੜਾ ਅਮਰ ਭਾਈ, ਮਨਾਜ਼ਰੇ ਵੀ ਹੋਏ ਨੇ ਕੋਈ ਈਸਾਈਆਂ ਨਾਲ? ਲੁਧਿਆਣਾ ਦੇ ਲੁੱਧ ਦੇ ਮੁਕਾਮ ਤੇ ਜਿਹੜਾ ਮਨਾਜ਼ਰਾ ਹੋਇਆ, ਕਿ ਇੱਕ ਮਨਾਜ਼ਰਾ ਵੱਡਾ ਜਿਹੜਾ ਨਜ਼ੀਰ ਸਾਹਿਬ ਲੁੱਧ ਤੇ ਸ਼ੈਤਾਨ ਮਾਰਿਆ ਜਾਏਗਾ ਆਣ ਕੇ। ਲੁਧਿਆਣਾ ਤੇ ਕਿਹੜਾ ਮਨਾਜ਼ਰਾ ਹੋਇਆ ਜੀ? ਲੁੱਧ ਦੇ ਮੁਕਾਮ ਤੇ ਹੋਇਆ, ਲੁਧਿਆਣਾ 'ਚ ਹੋਇਆ ਮਨਾਜ਼ਰਾ, ਕਿ ਨਹੀਂ ਈਸਾਈ ਪਾਦਰੀਆਂ ਨਾਲ ਕਿ ਕੋਈ ਨਹੀਂ ਹੋਇਆ? ਕਿਹੜੇ ਪਾਦਰੀ ਨਾਲ ਹੋਇਆ? ਕਿਹੜੇ ਪਾਦਰੀ ਨਾਲ? ਨਾਂ ਤੇ ਮੈਂ ਹੁਣ ਕਿਤਾਬ ਖੋਲਣੀ ਪਏਗੀ, ਲੱਭਣਾ ਪਏਗਾ ਕਿਹੜੇ ਪਾਦਰੀ ਨਾਲ ਹੋਇਆ। ਕਿੰਨੀ ਦੇਰ ਨਾਂ ਰੱਖਿਆ ਗਿਆ ਲੁੱਧ ਦਾ? ਲੁੱਧ ਨਾਂ ਕਿੰਨੀ ਦੇਰ ਰੱਖਿਆ ਗਿਆ ਉਹਦਾ? ਇੱਕ ਹੀ ਬੰਦੇ ਨਾਲ, ਕ੍ਰਿਸਚਨਾਂ ਚੋਂ ਇੱਕ ਹੀ ਬੰਦੇ ਨਾਲ ਮਿਰਜ਼ਾ ਸਾਹਿਬ ਮਨਾਜ਼ਰਾ ਕੀਤਾ, ਉਹਦਾ ਨਾਮ ਅਬਦੁੱਲਾ ਆਥਮ ਹੈ। ਆਥਮ ਸੀ। ਦੂਜਾ ਕਿਹੜੇ? ਉਹ ਅੰਮ੍ਰਿਤਸਰ 'ਚ ਹੋਇਆ। ਦੂਜਾ ਕਿਹੜੇ ਬੰਦੇ ਨਾਲ ਮਨਾਜ਼ਰਾ ਹੋਇਆ? ਨਹੀਂ ਉਹ ਅੱਛਾ ਕੀ ਹੋਇਆ ਲੁਧਿਆਣਾ 'ਚ ਹੋਇਆ ਕਿ ਕੋਈ ਨਹੀਂ ਹੋਇਆ? ਲੁਧਿਆਣੇ 'ਚ ਕਿਸੇ ਕ੍ਰਿਸਚਨ ਨਾਲ ਮਿਰਜ਼ਾ ਸਾਹਿਬ ਦਾ ਕੋਈ ਮਨਾਜ਼ਰਾ ਨਹੀਂ ਹੋਇਆ। ਨਹੀਂ ਹੋਇਆ? ਅੱਛਾ ਅੱਛਾ। ਲੁੱਧ ਦੇ ਮੁਕਾਮ ਤੇ ਜਿਹੜੀ ਹੈ ਕਿ ਅਬਦੁੱਲਾ ਆਥਮ ਨਾਲ ਤੇ ਹੋਏ ਨੇ। ਮਿਲਦੇ ਜੁਲਦੇ ਹੋਏ ਨਾਵਾਂ ਤੋਂ ਨਾ ਨਜ਼ੀਰ ਸਾਹਿਬ ਨਾ ਧੋਖੇ ਖਾਇਆ ਕਰੋ। ਤੁਹਾਨੂੰ ਮਿਲਦੇ ਜੁਲਦੇ ਨਾਵਾਂ ਦੇ ਉੱਤੋਂ ਨਾ ਸ਼ਾਇਦ ਤੁਹਾਨੂੰ ਲੋਕਾਂ ਨੂੰ ਬੁਰਾ ਲੱਗੇ ਸਾਰਿਆਂ ਨੂੰ, ਲੇਕਿਨ ਜਿਵੇਂ ਅਕਬਰ ਕਿਹਾ ਜਾਂਦਾ ਨਾ ਵੱਡੇ ਨੂੰ ਅਰਬੀ ਦੇ ਵਿੱਚ, ਉਂਝ ਹੀ ਮਿਲਦਾ ਜੁਲਦਾ ਨਾਂ ਜਿਹੜਾ ਨਾ ਆਕਬਾਰ ਇਬਰਾਨੀ ਦੇ ਵਿੱਚ ਕਿਹਾ ਜਾਂਦਾ ਹੈ ਚੂਹੇ ਨੂੰ।
ਤੇ ਇਹ ਮਿਲਦੇ ਜੁਲਦੇ ਨਾਵਾਂ ਤੋਂ ਨਾ ਉਖਾਇਆ ਕਰੋ। ਲੁੱਧ ਜਿਹੜਾ ਨਾ, ਲੁੱਧਾ ਦਾ ਜ਼ਿਕਰ ਬਾਈਬਲ ਦੇ ਵਿੱਚ ਵੀ ਹੈ, ਲੇਕਿਨ ਉਹ ਇੰਡੀਆ ਦੇ ਵਿੱਚ ਕੋਈ ਨਹੀਂ, ਜਿਵੇਂ ਮੈਂ ਤੁਹਾਨੂੰ ਦੱਸਦਾ। ਨਹੀਂ, ਜ਼ਿਕਰ ਹੈ ਬਿਲਕੁਲ। ਹੈ ਨਾ, ਜਿਹੜੇ ਹਾਂ ਬਿਲਕੁਲ ਮਸੀਹ ਦੇ ਹਵਾਲੇ ਸਨ ਲੁਧਿਆਣਾ ਨਾ, ਹੈ, ਲੁੱਧ ਤੋਂ ਹਾਂਜੀ, ਲੁਧਿਆਣਾ। ਉਹ ਉੱਥੇ ਮਨਾਦੀ ਕਰਦੇ ਰਹੇ ਨੇ, ਲੇਕਿਨ ਉਹ ਹਾਂਜੀ ਲੁਧਿਆਣਾ ਨਹੀਂ ਗਏ, ਇੰਡੀਆ ਨਹੀਂ ਦਿਓ। ਹਾਂ, ਉਹ ਲੁੱਧ ਦਾ ਮਕਾਮ ਜਿਹੜਾ ਲੁਧਿਆਣਾ, ਉਹ ਉਹੀ ਲੁੱਧ ਮਿਲਦੇ ਜੁਲਦੇ ਲੁਧਿਆਣਾ। ਨਾਂ ਜਿਹੜੇ ਨੇ ਨਾ, ਇਹਨਾਂ ਤੋਂ ਨਾ ਧੋਖਾ ਖਾਇਆ ਕਰੋ ਜੀ। ਲੁਧਿਆਣਾ ਹੀ ਨਹੀਂ ਹੁੰਦਾ ਲੁੱਧ ਦਾ ਲੁੱਧ ਸੀ ਮਕਾਮ। ਨਾ, ਲੁੱਧ ਦਾ ਫਿਰ ਕਿੱਥੋਂ ਸਮਝ ਲੁਧਿਆਣਾ ਗਏ ਬਣ ਲੁੱਧ ਦਾ ਗਿਆ, ਮਕਾਮ ਲੁਧਿਆਣਾ ਜਾਂਦਾ ਹੈ? ਮਿਲਦਾ ਅੱਛਾ, ਜੁਲਦਾ ਆਮਿਰ ਉਹੀ। ਭਾਈ, ਨਬੀਲ ਕੁਰੈਸ਼ੀ ਨੂੰ ਕਦੀ ਸੁਣਿਆ ਤੁਸੀਂ? ਕਦੀ ਨਾਂ ਸੁਣਿਆ ਉਹਦਾ? ਨਹੀਂ, ਮੈਂ ਜਾਣਨਾ ਉਹਨੂੰ, ਉਹ ਜਿਹੜਾ ਕ੍ਰਿਸਚਨ ਹੋ ਗਿਆ ਸੀ। ਹਾਂਜੀ, ਉਹਦਾ ਮੈਂ ਇੱਕ ਇੰਟਰਵਿਊ ਸੁਣਿਆ ਸੀ ਅੰਗਰੇਜ਼ੀ ਦੇ ਵਿੱਚ, ਤੇ ਉਹਦੇ ਜਿਹੜੇ ਦਾਦਾ ਜਾਨ ਸਨ ਨਾ, ਉਹਨਾਂ ਨੇ ਬਕਾਇਦਾ ਉਹਦੀ ਟ੍ਰੇਨਿੰਗ ਕੀਤੀ ਸੀ ਕਿ ਤੂੰ, ਮਤਲਬ ਉਹ ਮੁਰੱਬੀ ਸਿਲਸਿਲਾ ਉਹਨੂੰ ਵਿਚਾਰੇ ਕਰਨ ਲੱਗੇ ਸਨ, ਹੂੰ। ਤੇ ਉਹਨੂੰ ਕਿਹਾ ਸੀ ਕਿ ਤੂੰ ਮਸੀਹਤ ਦੇ ਖਿਲਾਫ ਕੰਮ ਕਰਨਾ ਹੈ। ਅੱਛਾ। ਹਾਂਜੀ ਬਿਲਕੁਲ, ਉਹਨੂੰ ਇਹ ਕਹਿ ਕੇ ਕਿ ਤੂੰ ਮਸੀਹਤ ਦਾ ਰੱਦ ਕਰਨ ਵਾਸਤੇ ਉੱਠਣਾ ਹੈ। ਤੇ ਉਹਨੂੰ ਬਾਈਬਲ ਪੜ੍ਹਾਈ ਜਾਂਦੀ ਸੀ, ਉਹਨੂੰ ਖਾਲੀ ਵਿਚਾਰੇ ਨੂੰ ਪੜ੍ਹਾਈ ਬਾਈਬਲ ਜਾਂਦੀ ਸੀ ਨਾ, ਤੇ ਉਹ ਕਿਤੇ ਉਹਨੂੰ ਮਿਰਜ਼ਾ ਸਾਹਿਬ ਦੀ ਕਿਤਾਬਾਂ ਪੜ੍ਹਾਈਆਂ ਜਾਂਦੀਆਂ, ਤੇ ਉਹ ਹੋ ਸਕਦਾ ਕਿਤੇ ਕੋਈ ਬਚ ਬੁੱਝ ਜਾਂਦਾ, ਉਹਨੂੰ ਨਹੀਂ, ਬਾਈਬਲ ਮੈਨੂੰ ਪੜ੍ਹਾਈ ਤਾਂ ਬੜੀ ਲੱਗਦਾ ਉਹਨੇ ਔਖੀ ਕਿਤੇ ਸੀ। ਗਲਤੀ ਨਾਲ ਪੜ੍ਹ ਲਈ ਹੋਣੀ ਆ ਮਿਰਜ਼ਾ ਸਾਹਿਬ ਦੀ ਕਿਤਾਬ। ਉਹਨੇ ਕਿਹਾ ਇੱਥੋਂ ਤਾਂ ਨਿਕਲੋ, ਇੱਥੋਂ ਉਹਨੇ ਤਾਂ ਕਿਹਾ ਵੀ ਨਿਕਲੋ। ਮੈਨੂੰ ਤੇ ਮੇਰੇ ਦਾਦਾ ਜੀ ਜਿਹੜੇ ਸਨ, ਉਹ ਆਂਦੇ ਸਨ ਤੂੰ ਸਾਡਾ ਸ਼ੇਰ ਬਣਨਾ ਹੈ, ਲੇਕਿਨ ਬਾਅਦ ਵਿੱਚ ਉਹ ਏਡਾ ਵੱਡਾ ਐਵੈਂਜਲਿਸਟ ਬਣਿਆ ਸੀ ਅਗਲਾ। ਉਹ ਇਹਨਾਂ ਦੀ ਜਮਾਤ ਦਾ ਸੀ ਮੁੰਡਾ। ਅੱਛਾ ਨਜ਼ੀਰ ਸਾਹਿਬ, ਹਾਂਜੀ ਹਾਂਜੀ ਇਹ ਜਿਹੜਾ ਮਿਰਜ਼ਾ ਸਾਹਿਬ ਜਦੋਂ ਜ਼ਿੰਦਾ ਸੀ, ਆਪਣੀ ਜ਼ਿੰਦਗੀ ਵਿੱਚ ਜਿਹੜੇ ਤੁਸੀਂ ਕਹਿ ਰਹੇ ਹੋ ਬੜੇ ਮਨਾਜ਼ਰੇ ਕੀਤੇ ਉਹਨਾਂ ਨੇ, ਹਾਂਜੀ। ਤੇ ਕਿੰਨੇ ਕੁ ਸਾਈ ਜਿਹੜੇ ਆ ਕੋਈ ਮਸ਼ਹੂਰ ਜਿਹੜੇ ਹੋਣ ਜਿਹੜੇ ਮਿਰਜ਼ਈ ਹੋਏ ਸੀ? ਕੋਈ ਹੈ ਤੁਹਾਡੇ ਕੋਲ ਕੋਈ ਪਤਾ ਕਿਸੇ ਦਾ? ਈਸਾਈ ਕੋਈ ਹੋਏ ਸੀ ਜਿਹੜੇ ਮਿਰਜ਼ਈ ਹੋਏ ਸੀ, ਤੇ ਉਹ ਵੀ ਕੋਈ ਦੇਖਣਾ ਪਏਗਾ। ਉਹ ਵੀ ਦੇਖਣਾ ਪਏਗਾ। ਤੇ ਤੁਹਾਨੂੰ ਪਤਾ ਕਿਹੜੀ ਸ਼ਾਇਦ ਆ? ਕਈ ਜਾਂਦੇ ਆ ਬੜੇ ਬੜੇ ਮਨਾਜ਼ਰੇ ਕੀਤੇ ਤੇ ਸਾਈਆਂ ਨੂੰ ਸ਼ਿਕਸਤਾਂ ਦਿੱਤੀਆਂ, ਤੇ ਬੰਦਾ ਆਉਣ ਵਾਲੇ ਦਾ ਕਿਸੇ ਦਾ ਪਤਾ ਨਾ ਜਾਣ ਵਾਲੇ ਦਾ ਪਤਾ। ਤੁਹਾਨੂੰ ਉਹਦੇ ਦੇਖੋ, ਹੁਣ ਤੁਹਾਡੇ ਨਾਲ ਵੀ ਮਨਾਜ਼ਰੇ ਹੁੰਦੇ ਨੇ, ਤੁਸੀਂ ਸ਼ਿਕਸਤ ਖਾ ਜਾਂਦੇ, ਤੁਸੀਂ ਫਿਰ ਹੋ ਜਾਂਦੇ ਹੋ ਐਮਦੀ। ਹਾਂ, ਸ਼ਿਕਸਤ ਖਾ ਜਾਂਦੇ ਆ, ਲੇਕਿਨ ਹਾਂ, ਇਹ ਨਹੀਂ ਪਤਾ ਵੀ ਕਿੰਨੇ ਸਾਈ ਜਿਹੜੇ ਮਿਰਜ਼ਈ ਹੋਏ ਸੀ, ਤੇ ਕਿਤਨੇ ਇਹ ਵੀ ਨਹੀਂ ਪਤਾ ਸ਼ਿਕਸਤ ਕਿੰਨੇ ਦਿੱਤੀ ਹੋਏ ਹੋਵੇ ਮਿਰਜ਼ਈ ਨੇ, ਸਾਈ ਨਾ, ਹੋਏ। ਕਿਹੜੇ ਹੋਏ ਸ਼ਿਕਸਤ ਦਿੱਤੀ ਹੋਵੇ। ਸਾਰੀ ਕੌਮਾਂ 'ਚ ਹੋਏ ਨੇ, ਐਮਦੀ ਹੋਏ ਨੇ, ਸਾਰੀ ਕੌਮਾਂ 'ਚ ਮਜ਼ਹਬਾਂ 'ਚ ਆਏ ਨੇ ਲੋਕੀ। ਤੁਸੀਂ ਇਹ ਦੱਸੋ ਕਿਹੜੇ ਮਨਾਜ਼ਰੇ 'ਚ ਮਿਰਜ਼ਾ ਸਾਹਿਬ ਨੇ ਸ਼ਿਕਸਤ ਦਿੱਤੀ ਕਿਸੇ ਕ੍ਰਿਸਚਨ ਨੂੰ? ਬੰਦਾ ਉਹ ਦੱਸ ਦਿਓ, ਥਾਂ ਦੱਸ ਦਿਓ। ਅੱਛਾ, ਤੁਹਾਡੇ ਹਿਸਾਬ ਨਾਲ ਮਤਲਬ ਹੈ ਕਿ ਜਿਹੜਾ ਮਨਾਜ਼ਰੇ ਹੋਏ ਨੇ ਕ੍ਰਿਸਚਨ ਨਾਲ, ਤੇ ਉਹਦੇ 'ਚ ਸ਼ਿਕਸਤ ਨਹੀਂ ਹੋਈ ਉਹਨਾਂ ਦੀ ਮੈਂ ਦੱਸਣਾ ਕ੍ਰਿਸਚਨ? ਪਿਆ ਵੀ ਇੱਕ ਅਬਦੁੱਲਾ ਆਥਮ ਨਾਲ ਸਿਰਫ ਹੋਇਆ ਸੀ। ਉਹਦੇ 'ਚ ਕੀ ਹੋਇਆ ਸੀ ਫਿਰ? ਉਹਦਾ ਕੀ ਰਿਜ਼ਲਟ ਸੀ? ਉਹਦਾ ਰਿਜ਼ਲਟ ਮੈਂ ਤੁਹਾਨੂੰ ਪੇਸ਼ ਕਰਕੇ ਤੇ ਤੁਹਾਡੇ ਕੋਲ ਪੁੱਛ ਲੈਣਾ ਵੀ ਜੁੱਤਾ ਕੌਣ ਤੇ ਹਾਰਾ ਕੌਣ। ਤੁਹਾਡੇ ਹਿਸਾਬ ਨਾਲ ਤੁਸੀਂ ਮੇਰੇ ਨਾਲ ਛੱਡੋ, ਨਹੀਂ, ਮੈਂ ਜੇ ਤੇ ਮੈਂ ਕਹਿੰਦਾ ਆਪਣਾ ਜਿੱਤੇ ਸਾਹਿਬ ਅਸੀਂ ਤੁਸੀਂ ਤੁਹਾਡੇ ਆਖੋ ਤੇ ਹਿਸਾਬ ਨਾਲ। ਮੁਤੱਸਬ ਹੈ, ਮੁਖਾਲਫ, ਇਹਦੀ ਸੋਚ ਸਹੀ ਨਹੀਂ ਹੈ। ਨਹੀਂ ਫਿਰ ਵੀ ਜਿਹੜਾ ਤੁਹਾਡੀ ਉਸ ਮਨਾਜ਼ਰੇ ਤੁਸੀਂ ਸਰਚ ਕੀਤੀ, ਮਨਾਜ਼ਰੇ ਨੂੰ ਦੇਖਿਆ, ਤੁਸੀਂ ਕੀ ਲੱਗਦਾ ਕੌਣ ਮੇਰੀ ਜਿੱਤਿਆ ਸੀ? ਨਜ਼ਰ 'ਚ ਐਡੀ ਇਬਰਤਨਾਕ ਸ਼ਿਕਸਤ ਮਿਰਜ਼ਾ ਸਾਹਿਬ ਨੂੰ ਮੁਸਲਮਾਨਾਂ ਕੋਲੋਂ ਵੀ ਨਹੀਂ ਹੋਈ। ਜਿਹੜੇ ਮੁਸਲਮਾਨਾਂ ਨੇ 3 ਮਨਾਜ਼ਰੇ ਕੀਤੇ ਨਾ, ਸ਼ੇਖ ਬਟਾਲਵੀ ਨਾਲ ਇੱਕ ਕੀਤਾ, ਇੱਕ ਮੌਲਾਨਾ ਬਸ਼ੀਰ ਸੈਸਵਾਨੀ ਨਾਲ ਕੀਤਾ, ਇੱਕ ਮੌਲਾਨਾ ਅਬਦੁਲ ਹਕੀਮ ਕੁਲਾਨੂਰੀ ਨਾਲ ਕੀਤਾ। ਐਨੀ ਬੁਰੀ ਸ਼ਿਕਸਤ ਮਿਰਜ਼ਾ ਸਾਹਿਬ, ਕਿਉਂਕਿ ਉਹ ਜ਼ਿਲਤ ਮੇਜ਼ ਸੀ ਨਾ, ਯਾਨੀ ਮਿਰਜ਼ਾ ਸਾਹਿਬ ਕੋ ਪੇਸ਼ਗੋਈ ਕੀਤੀ, ਉਹ ਬੰਦਾ ਨਾ ਮਰਿਆ, ਉਹ ਢੋਲ ਵਜਾਉਂਦੇ ਸੀ, ਉਹ ਨੱਚਦੇ ਸੀ ਇਹਨਾਂ ਦੇ ਬੂਹੇ ਗਿਆ ਕੇ, ਇਹਨਾਂ ਕੋਲ ਜਵਾਬ ਕੋਈ ਨਹੀਂ ਸੀ। ਸ਼ੇਖ ਬਟਾਲਵੀ ਨਾਲ ਤਾਂ ਮਨਾਜ਼ਰਾ ਹੋਇਆ ਉੱਥੇ ਮਸਲਨ ਲੁਧਿਆਣੇ ਦੇ ਵਿੱਚ। आमिर भाई ये चाचे और कौन है जिन्हों की तस्वीर फिर रही है? ਇਹ ਮੌਲਾਨਾ ਸਨਾਉਲ ਅੰਮ੍ਰਿਤਸਰੀ ਦੇ ਪੋਤਰੇ ਨੇ, ਜਿਹੜਾ ਮੈਂ ਅੱਗੇ ਗੱਲ ਪੈ ਕਰਦਾ ਸੀ ਸ਼ਾਮ ਨੂੰ। अच्छा माशाल्लाह। अच्छा नजीर साहब, ये तो चलो होंदी रही गल, ये तुसा इतने पाकिस्तान के खिलाफ क्यों है? मैं तो थोड़ी आवाज तो महसूस होता बड़े अच्छे बंदे हो ते कोई गल बात वाले बंदे हो, लेकिन पाकिस्तान के खिलाफ तुसाडे अंदर इतनी नफरत भरी वेंदी है यार। किन्ने कौन है, कौन बदबख्त पाकिस्तान के खिलाफ है भाई? वो तू खुद है। अल्लाह ना करे भाई, ए तेनू किने ਹੁਣ ਦੱਸੋ ਯਾਰ, ਕੋ ਝੂਠ ਦੀ ਕੋ ਹੱਦ ਹੁੰਦੀ। ਹੁਣ ਸੁਣ ਕੇ ਆ ਰਹੇ ਆ, ਉਹ ਸੁਣ ਕੇ ਆ ਰਹੇ ਆ, ਤੇ ਉੱਥੇ ਸਾਰੇ ਬੋਰ ਕੋਈ ਉਹ ਆਪਸ ਵਿੱਚ ਲੱਗੇ ਸ਼ੋਰ ਸ਼ਰਾਬਾ ਮਚਾਇਆ ਦਾ ਸੀ। ਕੀ ਹੋਇਆ? ਮੈਂ ਕਿਹਾ ਉਹ ਪਾਕ ਫੌਜ ਨੂੰ ਕਹਿ ਰਹੇ ਹਨ ਮੁਰਦਾਬਾਦ, ਪਾਕ ਅਮਰੀਕਾ ਫੌਜ ਜ਼ਿੰਦਾਬਾਦ, ਤੇ ਇੰਜ ਕੋ ਨਾਰੇ ਲਾ ਰਹੇ ਹਨ। ਤੇ ਇਹ ਜਨਾਬ ਲਈ ਹੇਠੋਂ ਨਜ਼ੀਰ ਸਾਹਿਬ और ਤਾੜੀਆਂ ਵਜਾ ਰਹੇ ਹਨ। ਹੱਦ ਹੋ ਗਈ ਵੀ ਐਵੇਂ ਮਲਕ ਸਾਹਿਬ, ਤੁਸੀਂ ਦੇ
ਮਲਕ ਸਾਹਿਬ ਤੁਸੀਂ ਤੇ ਐਵੇਂ ਹੀ ਕੋਈ ਪਤਾ ਨਹੀਂ ਫਤਵੇ ਜਾਰੀ ਕਰਦੇ ਰਹਿੰਦੇ ਹੋ। चलो मौजू ना बदल दियो ਉਹ तो ਅਸਕਾਨੀ ਸਾਹਿਬ ਨਾਲ ਲੱਗੇ ਦੇ ਚਲੋ ਸਨ, ਪਤਾ ਮੌਜੂਦ ਨਹੀਂ ਫਿਰ ਆਪਸ ਵਿੱਚ ਕੋਈ ਬਾਕੀ ਪੁੱਛ ਰਹੇ ਮੌਜੂਦ ਸਨ ਬਦਲ ਅਸਕਾਨੀ ਜਾਏਗਾ ਸਾਹਿਬ ਨਾ, ਨੂੰ। ਦੂਜੇ ਪਾਸੇ ਚਲਾ ਜਾਏਗਾ। ਅੱਛਾ ਪਾਕ ਅਸੀਂ ਤੇ ਜੇ ਗੱਲ ਸੁਣੋ, ਪਾਕਿਸਤਾਨ ਨਾਲ ਸਾਨੂੰ ਮੁਹੱਬਤ ਹੈ ਤੇ ਉਹਦੇ 'ਚ ਰਹਿਣ ਵਾਲਿਆਂ ਦੇ ਜਿਹੜੇ ਅਮਲ ਨੇ ਉਹਨਾਂ ਨਾਲ ਉਹ ਕਰਦੇ ਆ, ਉਹਨਾਂ ਦੇ ਅਮਲ ਨਾਲ ਨਫ਼ਰਤ ਸਾਬਿਤ ਕਰਦੇ ਆ, ਪਾਕਿਸਤਾਨ ਨਾਲ ਕਿ ਉਹ ਆਮਿਰ ਭਾਈ ਉਹ ਨਾ ਹੁਣੇ ਨਜ਼ੀਰ ਸਾਹਿਬ ਨੂੰ ਤੁਸੀਂ ਪੁੱਛਿਆ ਨਾ ਤਾਂ ਉਹਨਾਂ ਨੇ ਕਿਹਾ ਵੇਖਣਾ ਪਏਗਾ। ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਨਾਜ਼ਰਾ ਹੋਇਆ ਨਾ ਮੇਰਾ ਉਹ ਤਲਤ ਮਲਕ ਨਹੀਂ ਜੀ, ਸਾਹਿਬ ਸਭ ਕੁਝ ਮੌਜੂਦ, ਸਭ ਕੁਝ ਹਿਸਟਰੀ ਲਿਖੀ ਗਈ ਹੈ, ਉਹਦੇ 'ਚ ਕੋਈ ਰੱਦ ਬਦਲ ਨਹੀਂ ਹੈ, ਸਭ ਮਾਲੂਮ ਹੈ ਸਭ ਕੁਝ। ਚਲੋ ਜਿੱਦਣ ਫਿਰ ਭਾਓਗੇ ਵੇਖ ਲਾਂਗੇ ਤਾਂ। ਹਾਂ ਜੀ, ਸਭ ਉਹਦੇ 'ਚ ਹੁਣ ਸਾਰੀ ਅੱਛਾ ਤਾਰੀਖ ਲਿਖੀ ਨਜ਼ੀਰ ਜਾ ਸਾਹਿਬ, ਪੂਰੀ ਤੁਹਾਡੀ ਹਿਸਟਰੀ ਦੇ ਵਿੱਚ 125 ਸਾਲਾ ਹਿਸਟਰੀ ਦੇ ਵਿੱਚ ਜੀ ਕੋਈ ਜੀ। 3-4 ਫੇਮਸ ਕੋਈ ਈਸਾਈ ਜਿਹੜੇ ਮਰਜ਼ਈ ਹੋਏ ਹੋਣ, ਕੋਈ ਹੈ ਨਾ ਤੁਹਾਡੀ ਨਜ਼ਰ 'ਚ? ਕੋਈ ਹੋਏ ਹੋਣ? ਅੱਛਾ, ਮੇਰੀ ਨਜ਼ਰ 'ਚ ਤੇ ਫਿਲਹਾਲ ਕੋਈ ਨਹੀਂ, ਪੜ੍ਹਨਾ ਪਏਗਾ, ਕੋਈ ਦੇਖਣਾ ਪਏਗਾ, ਜ਼ਹਿਨ 'ਚ ਨਹੀਂ ਹੈਗਾ। ਅੱਛਾ ਉਹ ਨਾ ਨਜ਼ੀਰ ਸਾਹਿਬ, ਮਿਰਜ਼ਾ एक ਸਾਹਿਬ कंफर्म ਆਏ ਸੀ है, ਕਸਰੇ ਸਲੀਮ ਕਰਨ ਵਾਸਤੇ। ਗੱਲ ਸੁਣੋ एक ਦੇਖੋ, कंफर्म है। ਮਿਰਜ਼ਾ ਸਾਹਿਬ ਦੀ ਜ਼ਿੰਦਗੀ ਜਿਹੜਾ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਜਿਹੜਾ ਨਾ ਅਹਿਮਦੀਅਤ ਕਬੂਲ ਕੀਤੀ ਸੀ ਉਹਨਾਂ ਦੀ ਜ਼ਿੰਦਗੀ 'ਚ, 3 ਲੱਖ। ਹੁਣ ਉਹਦੇ 'ਚ ਕਿੰਨੇ ਉਹ ਸਾਰੇ ਜੇ 3 ਲੱਖ ਪਹਿਲੇ ਤੇ ਗੱਲ ਹੈ ਨਹੀਂ ਸੀ, ਉਹ ਜਿੰਨੇ ਵੀ ਸੀ ਉਹ ਮੁਸਲਮਾਨਾਂ ਚੋਂ ਘੇਰੇ ਸੀ। ਸਾਡਾ ਸਵਾਲ ਹੈ ਕ੍ਰਿਸਚਨਾਂ ਚੋਂ। ਹਿੰਦੂਆਂ 'ਚ ਵੀ ਆਏ ਸਨ, ਸਿੱਖਾਂ 'ਚ ਵੀ ਆਏ ਸਨ, ਈਸਾਈਅਤ 'ਚ ਵੀ ਆਏ ਜਿਹੜਾ ਸਨ, ਬੰਦਾ ਹਿੰਦੂਆਂ ਚੋਂ ਆਇਆ ਸੀ, ਜਿਹੜਾ ਸਿੱਖਾਂ ਚੋਂ ਆਇਆ ਸੀ। ਬਹੁਤ ਸੀ। ਪਿਛਲੇ ਦਿਨੋਂ ਕਿਸੇ ਨੇ ਇਹੀ ਸਵਾਲ ਚੁੱਕਿਆ ਤੇ ਉਹ ਦੱਸ ਰਹੇ ਸਨ, ਕਿਹਨੇ ਨਾਂ ਦੱਸੇ ਜਾ ਰਹੇ ਸਨ ਕਿ ਇਹ ਹੋਏ ਨਾ। ਹੁਸੈਨੀ ਸਾਹਿਬ ਦੀ ਬਰਾੜ ਤੇ ਇਹ ਕੰਮ ਕਿਸੇ ਨੇ ਸਵਾਲ ਕੀਤਾ ਸੀ, ਉਹ ਫਿਰ ਦੱਸ ਰਹੇ ਕਿਹੜੇ ਕਿਹੜੇ ਵੱਡੇ ਜਿਹੜੇ ਸਾਰੇ ਹੋਏ। ਨਜ਼ੀਰ ਸਾਹਿਬ ਅਗਰ ਕਿਸੇ ਮਸੀਹੀ ਨੇ ਕੋਈ ਮਰਜ਼ਈਅਤ ਕਬੂਲ ਕੀਤੀ ਸੀ ਨਾ ਤੇ ਉਹਦਾ ਮਤਲਬ ਤੁਹਾਡੇ ਲਿਟਰੇਚਰ ਤੋਂ ਵੈਸੇ ਜਿਹੜਾ ਉਹ ਕਾਬਲੇ ਕਬੂਲ ਨਹੀਂ ਹੋਏਗਾ। ਫਿਰ ਤੇ ਕਿੱਥੋਂ ਅਗਰ ਹੋਏਗਾ? ਦੂਜੇ ਲਿਟਰੇਚਰ ਤੋਂ ਤੁਸੀਂ ਦਵੋ ਨਾ ਤੇ ਉਹਨੂੰ ਵੇਖਾਂਗੇ। ਅਗਰ ਕੀਤੀ ਵੀ ਹੋਏਗੀ ਤੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ, ਕਿਉਂਕਿ ਤੁਹਾਡੇ ਆਪਣੇ ਲੋਕ ਜਿਹੜੇ ਨੇ ਉਹ ਮਿਰਜ਼ਾ ਸਾਹਿਬ ਦੇ ਸਾਹਮਣੇ ਉਹਨਾਂ ਨੇ ਮਰਜ਼ਈਅਤ ਨੂੰ ਛੱਡ ਦਿੱਤਾ ਸੀ, ਮਸੀਹਤ ਉਹਨਾਂ ਨੇ ਕਬੂਲ ਕੀਤੀ ਸੀ। ਅੱਛਾ ਮੈਂ ਗੱਲ ਕਰਦਾ ਪਿਛਲੇ ਦਿਨਾਂ ਦੇ ਵਿੱਚ ਨਾ ਉਹ ਹਵਾਲੇ ਇੰਜੀ ਨੇ ਸਾਰੇ ਨਾ। ਅਸੀਂ ਤੁਹਾਡੀ ਗੱਲ ਨਹੀਂ ਮੰਨਾਂਗੇ, ਤੁਹਾਡੀ ਲਿਖੀ ਗੱਲ ਨਹੀਂ ਤੁਸੀਂ ਸਾਡੀ ਲਿਖੀ ਨਹੀਂ ਮੰਨੋਗੇ ਤੇ ਬਸ ਫਿਰ ਕਿਸ ਤਰ੍ਹਾਂ ਫੈਸਲਾ ਹੋਏਗਾ? ਕੌਣ ਕਰੇਗਾ? ਕਿਉਂਕਿ ਤੁਹਾਡੇ ਲਿਟਰੇਚਰ ਦੇ ਵਿੱਚ ਤੇ ਐਸੀਆਂ ਜਿਹੜੀਆਂ ਗੱਲਾਂ ਲਿਖੀਆਂ ਨੇ ਉਹਨਾਂ ਤੇ ਕੋਈ ਉਹ ਸਿਰ ਪੈਰ ਹੀ ਕੋਈ ਨਹੀਂ ਨਾ। ਚਲੋ ਸਾਡੇ ਸਿਰ ਪੈਰ ਕੋਈ ਨਹੀਂ, ਅਸੀਂ ਕਹਿੰਦੇ ਤੁਹਾਡੀ ਜਿਹੜੀ ਲਿਖੀ ਨੇ ਉਹਦਾ ਵੀ ਸਿਰ ਪੈਰ ਕੋਈ ਨਹੀਂ। ਵੱਧ ਕੀ ਨਤੀਜਾ ਕੀ ਉਹ ਨਾ ਸਾਹਿਬ ਦੇ ਨਾਲ ਮਨਾਜ਼ਰਾ ਹੋਇਆ ਤੇ ਤੱਲਾ ਸਾਹਿਬ ਆਂਦੇ ਨੇ वो हजरत ईसा अलैहिस्सलाम को ना वहां पे एक पहाड़ था, उसमें एक मोहरी की गई, एक सुराख किया गया, उसके अंदर रखा गया। वहां पे एक हकीम था, वो रोटियां लेके जाता था और वो दवाइयां लेके जाता था। मैं कहता जेडी तुसी सारी स्टोरी सुनाई है इत्थे, ਇਹਦਾ ਕੋਈ ਹਵਾਲਾ ਵੀ ਤੇ ਹੁਣ ਪੇਸ਼ ਕਰੋ ਨਾ। ਹੈ ਇਹ ਗੱਲ ਅਕਲ ਹੈ ਤੇ ਉਹ ਨਜ਼ੀਰ ਸਾਹਿਬ ਦੀ ਵੀ ਬਸ ਇੰਜ ਦੀ ਗੱਲ ਨਹੀਂ। ਉਹ ਤੁਸੀਂ ਜਦੋਂ ਸਾਨੂੰ ਹਵਾਲਾ ਦੋਗੇ ਨਾ ਤੇ ਉਹ ਸਾਡੀ ਕਿਤਾਬਾਂ ਤੋਂ ਦੋਗੇ। ਅਸੀਂ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ, ਉੱਥੋਂ ਹੀ ਹਵਾਲੇ ਨੇ ਨਾ ਸਾਰੇ, ਉੱਥੋਂ ਹੀ ਹਵਾਲੇ ਨੇ। ਤੁਹਾਨੂੰ ਅਸੀਂ ਜਦੋਂ ਹਵਾਲਾ ਦਾਂਗੇ ਤੇ ਤੁਹਾਡੀ ਕਿਤਾਬਾਂ ਤੋਂ ਦਿਆਂਗੇ। ਇਹ ਹੁਣ ਜਿਹੜਾ ਹਵਾਲਾ ਬਾਰ-ਬਾਰ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਨਾਬ 3 ਬੰਦੇ ਮਸੀਹੀ ਹੋ ਗਏ, 3 ਬੰਦੇ ਮਸੀਹੀ ਹੋ ਗਏ, ਤੁਹਾਡੀ ਕਿਤਾਬਾਂ ਤੋਂ ਦੱਸਿਆ ਜਾ ਰਿਹਾ ਹੈ। ਹਾਂਜੀ ਆਮ ਸੌਰੀ, ਅਗਰ ਤੁਹਾਡੀ ਸਾਰਿਆਂ ਦੋਸਤਾਂ ਦੀ ਇਜਾਜ਼ਤ ਹੋਵੇ ਤੇ ਮਿਰਜ਼ੇ ਦੀ ਤਬਲੀਗ ਮੈਂ ਤੁਹਾਨੂੰ ਸੁਣਾ ਸਕਣਾ। ਅੱਛਾ ਤੁਸੀਂ ਥੋੜੇ ਮਲਕ ਸਾਹਿਬ ਕੁਝ ਥੋੜੀ ਜਿਹੀ ਤਬਲੀਗ ਕਰ ਲਓ ਤਾਂ ਅੱਛੀ ਗੱਲ ਹੈ। ਵੈਸੇ ਇਖਲਾਕ ਵਿੱਚ ਰਹਿ ਜਾਓ ਤਾਂ ਅੱਛੀ ਗੱਲ ਹੈ, ਇਖਲਾਕ ਨਾਲ ਬੋਲਣਾ ਬਹੁਤ ਅੱਛੀ ਗੱਲ ਹੁੰਦੀ ਹੈ। ਮੈਂ ਤਾਂ ਕਹਿਣਾ ਮਿਰਜ਼ਾ ਓਕੇ ਠੀਕ, ਮਿਰਜ਼ਾ ਸਾਹਿਬ ਹੀ ਕਹਿਣਾ। ਹਾਂ ਜਜ਼ਾਕ ਅੱਲਾ। ਬਸ ਇੰਨੀ ਅੱਜ ਮਹਿਫਿਲ 'ਚ ਬੈਠੋ ਤੇ ਫਿਰ ਉਹਦੇ ਨਾਲ ਪਿਆਰ ਮੁਹੱਬਤ ਇੱਕ ਦੂਸਰੇ ਨਾਲ ਗੱਲ ਕਰੋ, ਅੱਛੀ ਗੱਲ। ਕਰਨਾ ਚਾਹੁੰਦਾ ਹੀ ਨਾ, ਦਲੀਲ ਬੇਸ਼ੱਕ ਦਿਓ ਦੂਸਰੇ ਤੇ, ਦਲੀਲ ਰੱਖੋ, ਸਵਾਲ ਰੱਖੋ, ਅਦਬ ਇਹਤਰਾਮ ਦੇ ਅੰਦਰ ਬੇਸ਼ੱਕ ਰੱਖੋ, ਕੋਈ ਗੱਲ ਨਹੀਂ। ਤੁਸੀਂ ਠੀਕ ਕਹਿ ਰਹੇ ਹੋ। ਹਾਂ ਜਜ਼ਾਕ ਅੱਲਾ। ਹਾਂ ਕਿਉਂ ਖੁਦ ਵੀ ਉਹਨਾਂ ਦੀ ਜਿਹੜੀ ਨਾ ਕੀ ਨਾ ਹੈ ਜੋਸਫ ਸਾਹਿਬ ਦੀ ਗੱਲ ਹੈ ਨਾ ਕਿ ਉਹ ਤੁਹਾਡੇ ਹਵਾਲੇ ਤੁਹਾਡੇ ਹੀ ਉਹਦੇ ਚੋਂ ਦਿੱਤੇ ਜਾਂਦੇ ਨੇ ਕਿਤਾਬ ਵਿੱਚੋਂ। ਮੈਂ ਤਾਂ ਉਹਨਾਂ ਦਾ ਇੱਜ਼ਤ ਨਾਲ ਲੈਣਾ, ਲੇਕਿਨ ਲੋਕ ਬਸ ਕਿਸੇ ਦੇ ਵੀ ਲੋ, ਕਿਸੇ ਦੇ ਵੀ ਦੁਨੀਆ ਦੇ ਮੈਂ ਪਿਆ ਨਾ। ਅਗਰ ਕੋਈ ਵੀ ਬਜ਼ੁਰਗ ਹੈ ਨਾ, ਹਾਂਜੀ ਬਿਲਕੁਲ, ਹਰ ਬਜ਼ੁਰਗ ਦੀ ਮੈਂ ਰਿਸਪੈਕਟ ਕਰੇ ਨਾ, ਚਾਹੇ ਯਹੂਦੀ ਹੈ ਈਸਾਈ। ਅੱਛੀ ਇਹ ਗੱਲ ਅੱਛੀ ਹੈ। ਬਸ ਇਹ ਇਸਲਾਮ ਦੀ ਤਾਲੀਮ, ਇਹ ਇਸਲਾਮ ਦੀ ਤਾਲੀਮ ਹੈ, ਇਹ ਇਸਲਾਮ ਕੁਰਾਨ ਦੀ ਤਾਲੀਮ ਹੈ। ਮੈਂ ਆਖਣ ਦੀ ਜ਼ਰੂਰਤ ਹੀ ਨਹੀਂ ਹੈ, ਲੋਕਾਂ ਨੂੰ ਖੁਦ ਪਤਾ ਹੈ। ਅੱਛਾ ਜੀ ਨਜ਼ੀਰ ਸਾਹਿਬ ਵੇਖੋ ਹੁਣ ਜਿਵੇਂ ਸਾਡੀ ਕਿਤਾਬ ਬਾਰੇ ਮਿਰਜ਼ਾ ਸਾਹਿਬ ਨੇ ਲਿਖਿਆ ਨਾ ਜੀ ਜੀ, ਉਹ ਜ਼ਮੀਮਾ ਰਸਾਲਾ ਅੰਜਾਮੇ ਆਥਮ ਦੇ ਵਿੱਚ ਕਦੇ ਯਸੂਸ ਮਸੀਹ ਨੇ
یہودی ਤਾਲਮੂਦ ਤੋਂ ਕਿਤਾਬ ਚੁਰਾ ਕੇ ਤਾਲੀਮ ਜਿਹੜੀ ਹੈ ਉਹ ਅੰਜੀਲ ਦੇ ਵਿੱਚ ਲਿਖੀ ਹੈ ਤੇ ਮਸੀਹ ਤੋਂ ਤੇ ਸਾਬਤ ਹੀ ਕੋਈ ਨਹੀਂ ਕਿ ਮਸੀਹ ਨੇ ਅੰਜੀਲ ਲਿਖੀ ਹੈ ਕੋਈ। ਉਹ ਆਂਦੇ ਨੇ ਮਸੀਹ ਨੇ ਤਾਲਮੂਦ ਤੋਂ ਖੁਦਾ ਮਾਫ ਕਰੇ ਚੁਰਾ ਕੇ ਤੇ ਅੰਜੀਲ ਲਿਖੀ ਹੈ। ਮਸੀਹ ਨੇ ਤਾਂ ਕੋਈ ਅੰਜੀਲ ਹੀ ਨਹੀਂ ਲਿਖੀ। انجیل نہیں لکھا ہے۔ ਨਹੀਂ ਮਸੀਹ ਨੇ ਤਾਂ ਕੋਈ ਅੰਜੀਲ ਨਹੀਂ ਲਿਖੀ ਨਾ। ਇਹ ਤਾਂ ਸਾਰੀ ਦੁਨੀਆ ਗਵਾਏ ਇਸ ਗੱਲ ਦੇ, ਇਹ ਤੇ ਅਸੀਂ ਵੀ ਮੰਨਦੇ ਆ ਮਸੀਹ اچھا ਨੇ ٹھیک، ਬਿਲਕੁਲ ਨਹੀਂ ਲਿਖੀ। ਹਾਂਜੀ انجیل انجیل کنے لکھی ہے جی پھر؟ ਮਸੀਹ ਨੇ ਤਾਂ ਨਹੀਂ ਲਿਖੀ, ਮਸੀਹ ਦੇ ਹਵਾਰੀਆਂ ਨੇ ਲਿਖੀ ਹੈ। ਕੋਈ ਸਵਾਲ ਨਾ ਦਾਗੋ, ਇਹ ہاں ਦੱਸੋ جی ਕਿ ਮਸੀਹ ਨੇ ਆ ਤੇ ਅੰਜੀਲ ਲਿਖੀ ਹੈ ਤੇ ਫਿਰ ਉਹਦਾ ਸਬੂਤ ਦਿਓ۔ مسیح دے حواریاں نے لکھی ہے انجیل ਹਾਂਜੀ اگوں؟ ਬਿਲਕੁਲ اچھا ਮਸੀਹ ਨੇ ਕੋਈ ਨਹੀਂ ਲਿਖੀ। اچھا اچھا ਜਿਵੇਂ ਮਿਰਜ਼ਾ ਸਾਹਿਬ ਕਾਪੀ ਪੈਨਸਲ ਲੈ ਕੇ ਤੇ ਇਸ਼ਤਿਹਾਰ ਲਿਖਦੇ ਹੁੰਦੇ ਸਨ ਨਾ ਮਤਲਬ ਮੁਹੰਮਦ ਦੀ ਬੇਗਮ ਵਾਸਤੇ, ਮਸਾਇਆ ਨੇ ਇਹੋ ਜਿਹਾ ਕੋਈ ਕੰਮ ਕੋਈ ਨਹੀਂ ਕੀਤਾ। ਮਸੀਹ ਨੇ ਕੋਈ ਨਹੀਂ ਲਿਖੀ ਅੰਜੀਲ। اچھا وہ نہیں سی لکھ دے، ٹھیک ہے، انہوں نے کوئی گل اللہ دی طرفوں کوئی گلاں نہیں کیتیاں، ਮੈਂ ਲਿਖਣ ਦੀ ਗੱਲ ਕਰਨ ਡਿਆ। نہیں لکھن دے تے بھی گل ہے۔ ਨਹੀਂ ਅਗਰ ਲਿਖੀ ਜਾਏਗੀ ਤੇ ਤਦ ਹੀ ਪਤਾ ਲੱਗੇਗਾ ਕਿ ਜੀ ਇਹ ਅੱਲਾ ਲੋ ਗੱਲਾਂ ہوਈਆਂ ਨੇ۔ نہیں انجیل جدوں آئی وہ لکھ دے نہیں سن، زبانی کی وہ زبانی یاد کرتے سن یا کی؟ ਬਿਲਕੁਲ ਉਹਨਾਂ ਨੇ ਕਲਾਮ ਕਰਕੇ ਸੁਣਾਇਆ। ہاں ہاں وہی تے پھر اگے لکھی نہیں گئی، وہ زبانی چلدی رہ گئی پھر ساری۔ ਉਹਨੂੰ ਹਵਾਰੀਆਂ ਨੇ ਕਲਮ ਬੰਦ ਕੀਤਾ। ਮੈਂ ਤੁਹਾਨੂੰ ਇਹ ਕਹਿ ਰਿਹਾ ਹਵਾਰੀਆਂ ਨੇ ਕਲਮ ਬੰਦ ਕੀਤਾ, ਮਸਾਇਆ ਨੇ ہاں ਕਲਮ ہاں ਬੰਦ ਕੀਤਾ। ਮਿਰਜ਼ਾ اچھا ਸਾਹਿਬ جو ਕਹਿੰਦੇ ٹھیک ਨੇ ہے، ਮਸੀਹ ਨੇ ਕਲਮ ਬੰਦ ਕੀਤਾ ਹੈ۔ وہ سن دے ہون گے انہاں کول تے یاد کر دے ہون گے، پھر اگے لکھ دیتی ہونی انہوں نے، وہ بھی ٹھیک ہے، اس طرح ہی ہے تسی کہہ رہے ہو۔ ਅੱਛਾ ਇਹ ਕਿੱਥੇ ਨੇ ਇਹ ਫੈਸਲ ਭਾਈ ਮੌਜੂਦ ਨੇ ਇੱਥੇ؟ کہہ رہا ہوں آپ بھائیوں کی گفتگو ختم ہو تو نذیر بھائی ਅੱਛਾ سے کچھ 2 منٹ مجھے چاہیے۔ ਕਿ ਕਿਆ ਕੁਰਾਨ مجید ਜਿਹੜਾ ہے ਉਹ ਰਸੂਲ اللہ ਨੇ ਆਪਣੇ ਹੱਥ ਦੇ ਨਾਲ ਕਲਮ ਬੰਦ ਕੀਤਾ ہے؟ نہیں میرے پیارے کرتا۔ بھائی، کوئی بھی نبی صلی اللہ علیہ وسلم سمیت کوئی بھی نبی اپنے ہاتھ سے کچھ نہیں لکھتا، کیونکہ اوپر اللہ کا کلام جو ہوتا ہے وہ نازل ہوتا ہے، جو ان کے حوارین ہوتے ہیں، جو ان کے صحابہ ہوتے ہیں، جو ان کے کمپینین ہوتے ہیں، وہ لکھتے ہیں بھائی۔ اور ਬਹੁਤ منع بھی نہیں ہے میرے خیال میں، منع ہے کہیں؟ شکریہ صاحب منع بھی نہیں۔ ਇਹ ਕਿ ਮਸੀਹ ਨੇ ਜਿਹੜੀ ਹੈ ਨਾ ਉਹ ਤਾਲਮੂਦ ਤੋਂ ਖੁਦਾ ਮਾਫ ਕਰੇ ਚੁਰਾ ਕੇ ਅੰਜੀਲ ਲਿਖੀ ہے، حالانکہ یہ مسائل انہوں نے نہیں بالکل مرزا صاحب نے حضرت عیسیٰ کی طرف جھوٹ باندھا ہوا ہے کہ جو پہاڑی خطبہ ہے وہ انہوں نے تالمود سے کہ پتہ نہیں کہاں سے چرایا ہے، ان کو شرم آنی چاہیے ایسی بات کرتے۔ لیکن اگر ابھی بات کریں نا، پہلے ایک بات جوزف بھائی ایک منٹ یار، آپ لوگ پتہ نہیں، آپ لوگ یہ جو تو وہ داغتے ہو نا باتیں ایسے فضول قسم کی، انہوں نے جہاں بھی ذکر کیا ہے انہوں نے وہاں سے کوٹ کی ہیں باتیں، انہوں نے خود نہیں کسی جگہ پر کوٹ نہیں کی ان پر نذیر الزام بھائی۔ نہیں لگا جو نذیر بھائی نہ مرزا صاحب نے قرآن کی کوئی چیز کی بھی کوٹ کی ہے، نہ مرزا صاحب نے حدیث کا کبھی ریفرنس کوٹ کیا ہے، نہ مرزا صاحب نے بائبل کا کبھی جو reference مسیح علیہ quote السلام پر بات سنیں، جو عیسیٰ علیہ السلام پر الزامات لگائے گئے ہیں وہ کوٹ کرتے تھے، آپ نے اچھا نذیر بھائی چلے جوزف بھائی کے ساتھ تو آپ کی ہو رہی تھی، مجھے آپ کے صرف یہ غلط 2 الزام منٹ چاہیے میرے بھائی، صرف غلط 2 الزام منٹ لگاتے چاہیے۔ ہیں کہ حضرت مسیح علیہ السلام نے کہیں بھی نعوذ باللہ حضرت عیسیٰ علیہ السلام کی وہ نہیں کی، گستاخی نہیں کی، کہیں بھی سوچا بھی اچھا نہیں چلے ہے۔ وہ میں آپ کو پتہ نہیں گستاخیاں کہاں آپ کو ہوگا۔ بھی آپ کو بھی دکھا دیتا ہوں، پھر آپ مجھے بتا دینا وہ گستاخیاں ہیں یا نہیں ہے۔ جوزف بھائی اوکے بھی جی، فیصلہ کر لیں گے یہ وہ گستاخیاں اللہ کے ہیں یا بندے، نہیں انہوں ہے۔ نے جہاں بھی کیا ہے وہ انہوں نے بائبل اور اس سے متی کی انجیل اور ان کے آپ مجھے حوالے سے یہ پھر یہ آپ کا دعویٰ ہے نا بھائی، پھر آپ کو دکھانا دعویٰ پڑے نہیں گا ہے، وہ کلام بائبل میں، آپ پڑھو آپ کو کہاں وہ حوالہ کلام دو، بائبل چلو میں کہاں دکھانا پڑے ਚਲੋ گا۔ ਹਵਾਲਾ ਵੀ ਪੜ ਲੈਣੇ ਆ। کرو جی فیصل بھائی کیڑی گل کرنی فیصل ہے کرو، تسی کیا یہ کرو، جوزف بھائی بڑی حوالہ چھوٹی سی لگاؤ۔ جلدی سی میں نے بات کرنی ہے۔ یہ ہمارے ہاں نذیر بھائی آئے تھے پچھلے کو 2-3 گھنٹے، انہوں نے اپنے شاہ صاحب کے ساتھ بھی کلام کی، ڈاکٹر ہولی اسپرٹ کے ساتھ بھی، پیر اسکانی بھائی کے ساتھ بھی، بلکہ کلام کیا کیا انہوں نے تکرار کی، مطلب وہ بات کرتے تھے تو یہ بیچ میں بولی جاتے تھے، لیکن ہم نے ان میں سے نہ ان کو نیچے اتارا 3 گھنٹے، نہ کسی نے ان کا ایک دفعہ بھی مائک میوٹ کیا۔ ہم نے ان کو موقع دیا کہ جو حضرت ان کے ساتھ بات کر رہے ہیں نا وہی بات کریں، بے شک ان کی تکرار بھی ہو تو ہم اس تکرار میں بھی شامل نہیں ہوئے۔ یہ بات میں سچ کہہ رہا ہوں نذیر بھائی؟ جی جی بالکل، کوئی مسئلہ بہت نہیں، وہاں شکریہ۔ آرام سے بات ہو رہی، سارے دوست آرام سے بات کر رہے تھے، بس ہم میں اچھی سے بات کوئی ہے۔ بھی جتنے بھی دوست پینل میں تھے ان میں سے کوئی نیچے نہیں آیا، آپ کو بھی نہیں اتارا، بلکہ جب چیما بھائی بھی آئے تو ہم سب خود نیچے اتر گئے کہ آرام سے آپ لوگ بات کریں۔ ان کو بھی جو انہوں نے تکرار کی باتوں کے بیچ میں، ان کو کسی نے مخل نہیں کیا، ڈاٹ نہیں کیا۔ لیکن میں آپ کے پیچھے میرے بھائی، یہاں سے آپ کی میری بات ادھوری رہ گئی تھی، میں آپ کے پیچھے گیا ٹی اے ہیچ کی لائف کے اوپر،
وہاں پر میرے بھائی آپ نے ایک بات کی جس کے لیے میں اوپر آیا. آپ نے فرمایا تھا کہ یہ جو مسلمان ہیں نا یہ گالیاں اس لیے دیتے ہیں کہ ان کو جو کتابیں دکھائی گئی ہیں، ان کو جو کتابیں دی گئی ہیں ان میں سب میں گالیاں ہی گالیاں ہیں. پہلے پیج کے اوپر گالیاں ہیں، دوسرے پیج کے اوپر گالیاں، اس لیے یہ گالیاں دیتے ہیں. تو میں نے وہاں پر وہ میرے بھائی اوپر آ کے حوالہ لگایا تھا، آپ کو دکھانا چاہتا تھا کہ مسلمانوں کی کتابوں میں گالیاں لکھی ہوئی ہیں یا مرزا غلام احمد قادیانی صاحب کی اپنے ہاتھ سے لکھی ہوئی کتابوں میں گالیاں لکھی ہوئی ہیں. لیکن وہاں پر آگے ہمارے دوست برازیل والے ایک دوست جن کو کہ آپ نے تبلیغ شروع کر دی. میں آپ کی تبلیغ میں مخل تو نہیں ہوا نا نذیر بھائی؟ نہیں بالکل ایک لفظ بھی نہیں بولا، حالانکہ میں پینل پہ موجود تھا. 15 منٹ آپ لوگوں کو موقع دیا. جب ان کی آپ کی بات مکمل ہو گئی تو میں بولنا چاہتا تھا تو ساتھ ہی انہوں نے مجھے نیچے اتار دیا. یہ طریقہ صحیح تھا نذیر بھائی؟ نہیں مجھے تو پتہ نہیں، میں تو پھر وہاں سے چلا آیا. آپ بیٹھے تھے وہاں میں، چلیں مجھے یہ نہیں پتہ اچھا چلا. چلیں، جب آپ وہ ہمارے برازیل والے بھائی سے گفتگو کر رہے تھے میرے بھائی، میں بار بار آپ کو ٹیکسٹ میں لکھ رہا تھا، آپ نے سب سے پہلے نبی کریم صلی اللہ علیہ وسلم کی طرف ایک جھوٹ منسوب کیا کہ نبی کریم صلی اللہ علیہ وسلم نے فرمایا تھا کہ میری ساری امت جو ہے وہ دین پہ عمل کرنا چھوڑ دے گی تو پھر ایک آدمی آئے گا جو ساروں کو دین سکھائے گا. یہ آپ نے مجھے امت اس گمراہ حدیث ہو کا جائے. ریفرنس ہاں جی جب بھی سن لیں نا آپ نے، آپ نے کتنے جھوٹ بولے آپ اس کے لکھ لیں. ابھی ریکارڈنگ ہو رہی ہے، آپ اس کے جب بھی ریفرنس یہ ہوں گے نا تو آپ لا لیے گا. اگر ریفرنس نہ ملے تو اللہ سے توبہ کر لیجیے گا، آپ نے ایک ایسی چیز نبی کریم صلی اللہ علیہ وسلم کی طرف منسوب کی جو انہوں نے نہیں کہی تھی. دوسرا میرے پیارے بھائی نذیر احمد، آپ نے تبلیغ کے دوران ان کو بتایا کہ نبی کریم صلی اللہ علیہ وسلم نے یہ بھی بتایا تھا، جو آپ ان کو حوالہ پڑھ کے سنا رہے تھے اس سے پہلے، کہ جناب وہ آئے گا، آنے والا مسیح جو ہوگا اس کو 2 چادریں ہوں گی اور یہ شوگر ان کی چادر جو ہے وہ نشانی تھی. اس حدیث میں کسی بیماری کا ذکر نہیں ہے میرے بھائی، جو آپ ان کو کہہ رہے تھے نبی کریم صلی اللہ علیہ وسلم نے. دیکھیں میں نے آپ کو بتایا تھا نا وہ حدیث بیماریوں والی، یہ وہ بیماری ہے. ایک تو آپ نے مرزا صاحب کی شوگر کو ان کی زرد چادر والی بیماری بتایا، یہ بھی آپ کی بات غلط ہے مرزا بھائی. یہ بھی آپ چیک کر لیجئے گا، مرزا صاحب نے اپنی شوگر کو زرد چادر والی بیماری نہیں کہا، اور نہ ہی حدیث میں کسی بیماری کا ذکر ہے. یہ بھی آپ نے نبی کریم صلی اللہ علیہ وسلم کی طرح جھوٹ بولا. تیسری بات جو آپ پڑھ رہے تھے، آپ نے پڑھتے ہوئے وہ روحانی خزائن کی جلد 19 صفحہ نمبر 435، وہ ابھی آپ دوبارہ پڑھ سکتے ہیں اگر ہاں ممکن جی، ہو. میں ابھی پڑھ دیتا ہوں، ابھی میرے پاس ہاں سامنے ذرا پڑھی. پڑھیے گا، میں نے اس کے اوپر آپ سے کچھ بات پوچھنی ہے. چلے میں پڑھ دیتا ہوں. یہ لیں جی، وہی وہ جو وہ ان کو بتایا تھا نا. ایک منٹ. جی پڑھیے پڑھیے پڑھیے. اچھا، یہ جو آپ فرما 35 صفحہ نمبر 35 پر وہ آپ فرماتے ہیں، پس اس طرح جب میں نے خدا پر. اچھا یہ ٹھہرے، بیماری کا ذکر جہاں سے میں پورا پڑھ کے سنا دوں تاکہ آپ کو پتہ چل جائے. یہ ہے آپ جی. کا دل پڑتا ہے نا، جتنا آپ کا دل پڑتا ہے پڑھیں، لیکن وہ ذیابیطس اور ہاں یہی والا ہے. یہ ضرور آپ نے پڑھنا ہے. یہ میں وہی بول سکتا، یہ جہاں سے انہوں نے مجھ سے کہا تھا نا وہ پڑھ رہے تھے بھائی، تو ادھر سے میں نے ان کو پڑھنا شروع کیا تھا. اچھا جی، یہ وہ. اچھا، ہم اس بحث کو زیادہ طول نہیں دینا چاہتے کیونکہ فطرت کا تقاضا الگ الگ ہے. ہمیں تو ناپاک چیزوں کے استعمال سے کسی سخت مرض کے وقت بھی ڈر لگتا ہے، چہ جائے کا پانی کی جگہ بھی شراب پی جائے. مجھے اس وقت ایک اپنا سرگزشت قصہ یاد آیا ہے، اور وہ یہ کہ مجھے کئی سال سے ذیابیطس کی بیماری ہے. 15-20 مرتبہ روز پیشاب آتا ہے، اور بعض وقت 100 دفعہ ایک دن میں پیشاب آیا ہے. اور بوجہ اس کے کہ پیشاب میں شکر ہے، کبھی کبھی خارش کا عارضہ بھی ہو جاتا ہے، اور کثرت پیشاب سے بہت ضعف تک نوبت پہنچتی ہے. ایک دفعہ مجھے ایک دوست نے یہ صلاح دی کہ ذیابیطس کے لیے افیم جو ہے نا مفید ہوتی ہے، پس علاج کی غرض سے مذائقہ نہیں کہ افیم شروع کر دی جائے. میں نے جواب دیا کہ یہ آپ نے بڑی مہربانی کی کہ ہمدردی فرمائی، لیکن اگر میں ذیابیطس کے لیے افیم کھانے کی عادت کر لوں تو میں ڈرتا ہوں کہ لوگ ٹھٹھا کر کے یہ نہ کہیں کہ پہلا مسیح تو شرابی تھا اور دوسرا افیمی. پس اس طرح. اب یہاں پر بریک مارے نذیر بھائی. ہاں یہ جی، ہاں جی. کون لوگ ہیں، کون بدبخت ہیں جو ٹھٹا کرتے ہوئے یہ گستاخی منہ سے نکالتے ہیں کہ نعوذ باللہ حضرت عیسیٰ شرابی تھے؟ یہ کون لوگ ہیں؟ ہاں جی، مرزا صاحب، یہی بات ہے نا. اب یہی تو کہہ رہے ہیں، حوالے تھے نا جو حضرت عیسیٰ علیہ السلام پر لوگ الزام لگاتے تھے نا، ان کا جی حوالہ یہ اور ذکر کون ہیں، کیا نا. کون لوگ ہیں، یہ جو کون لوگ ہیں؟ میں جو پوچھ رہا جو ہوں آپ سے، میں نے تو نہیں جو کبھی ایسا الزام لگایا، عامر نذیر نے بھی لگایا، جوزف بھٹی نے بھی یہ بھائی لگایا، ان کی ہمارے بات عمران نہیں ہو رشید. رہی ہے، یہ ان کون ہے کی یہ ہو رہی ہے. بدبخت؟
جب یہ وہ ان کے زمانے ایک کی ہی بات وقت ہو رہی میں ہے نا، کیا ہے؟ حضرت عیسیٰ علیہ ملک السلام عمران کے چپ زمانے کر کی جا، بات انہوں ہو نے رہی ہے۔ والدے وچ نہ بول، اچھا سوری میرا میک اوپن نہیں ہوتا. انہوں نے ہاں جواب یار دین دے۔ ایک منٹ، یہ دیکھیں نا حوالے یہ جو ہے نا پورے وہ سارے ان کے حوالے، ان کے زمانے کی بات ہو رہی ہے کہ ان پر حضرت عیسیٰ علیہ السلام پر جو الزامات جو نہ ماننے والے لگاتے تھے ان پر، جی ان کی وہ بات ہو کون رہی ہے۔ لوگ تھے؟ وہ مرزا غلام احمد قادیانی کے مرید تھے یا کوئی مسلمان اوے تھے اللہ کے یا ہندو تھے؟ کون تھے وہ لوگ؟ اوے اللہ کے بندے، حضرت عیسیٰ علیہ السلام کے اپنے دعوے نبوت کے زمانے کی بات ہو رہی ہے۔ اچھا حضرت چلیں، یہ کہاں پر ہے یہ انفارمیشن میرے بھائی کہ حضرت عیسیٰ کے اوپر شراب پینے کا کسی نے ان کے زمانے میں الزام لگایا؟ یہ اب وہ سارا پڑھے نا ان کے ساری یہ ہسٹری جو ہے نا ان کے، یہ اب ادھر تو انہوں نے اشارتاً کہہ دیا نا، وہ تو حضرت ساری عیسیٰ کی تاریخ ہسٹری، ہسٹری ہے۔ حضرت عیسیٰ کی ہسٹری پہ، حضرت عیسیٰ کی حضرت ہسٹری پڑھیں۔ یہ جوزف بھائی بیٹھے ہوئے یہ بتا اچھا سکتے ہیں کہ ایک حضرت منٹ عیسیٰ علیہ یہاں پر السلام پر بریک کون مار کون سے لیتے ہیں، الزام جوزف لگائے؟ بھائی ذرا جلدی سے ایک مجھے کوئک آپ کا ریئیکشن کوئی چاہیے۔ حوالہ ہے جو حضرت بائبل عیسیٰ کے علیہ السلام کلام پر؟ میں کہیں پر ایسا ذکر ہے کہ لوگوں نے حضرت عیسیٰ کے اوپر ٹھٹھا مارا ہو کہ وہ شرابی ہیں؟ نہیں بائبل کے اندر میرے حساب سے تو کون نہیں ہے۔ کہیں بھی جزاک نہیں اللہ۔ ذکر ہے جی نذیر بھائی یہ ذرا بائبل لائن انجیل اور دوبارہ پڑھیے گا، متی کی۔ لائن دوبارہ پڑھیے گا اگر پلیز ممکن ہو سکے۔ ہاں میں یہ وہ دیکھ وہ کر، اگر میں ذیابطیس کے لیے حفیم کھانے کی عادت کر لوں تو میں ڈرتا ہوں کہ لوگ ٹھٹھا کر کے یہ نہ کہیں کہ پہلا مسیح تو شرابی تھا اور دوسرا حفیمی۔ جی مجھے یہی سمجھ نہیں آ رہی یہ کون لوگ ہیں جن کے بارے میں مرزا کہہ رہے ہیں کہ وہ یہ اور نہ وہی جو کہیں؟ حضرت عیسیٰ علیہ السلام کو نہیں مانتے تو دعویٰ ان کو جھوٹا کون سے نبی لوگ ہیں مانتے جو تھے۔ حضرت عیسیٰ کو نہیں مانتے میرے اب بھائی؟ اس ٹائم جو ہر نبی کے زمانے میں لوگ ہوتے ہیں۔ وہ تو اپنی بات بتا رہے ہیں کہ میں اس لیے نہیں کھاتا افیم کہ لوگ کہیں گے نعوذ باللہ پہلا مسیح شرابی تھا دوسرا افیمی۔ میں یہ ہاں پوچھ جی رہا ہاں ہوں جی، کہ لوگوں کی وہ بات کہہ رہے ہیں کہ لوگ کہیں گے، فیوچر کی بات ہو رہی ہے، پاسٹ کی تو بات ہی نہیں ہے۔ ذرا اب وہ غور اپنے سے زمانے جملے کی، کو پڑھیں اور میرے سوال کو پلیز سمجھیے۔ تو وہ یہی کہہ رہا ہوں نا، وہ اپنے زمانے کی بات کر رہے ہیں اور پہلے حضرت مسیح علیہ مطلب السلام مرزا کے صاحب زمانے کے کی بات مریدوں کر کی رہے ہیں۔ بات ہو رہی ہے نا، مرزا صاحب اپنے مریدوں کی بات کر رہے مریدوں ہیں نا، کی کیونکہ بات نہیں ہو مسلمان رہی تو کوئی ایسا نہیں ہے جو ٹھٹھا مار کے ہنستا ہو نعوذ باللہ حضرت نہیں، عیسیٰ کے مرید اوپر، کسی نہیں، مسلمان مرید نے اپنا نہیں، ایمان خارج کرانا ہے۔ مرید نہیں، مکذبین جو انکار حضرت مسیح علیہ السلام کا جو انکار کیے بیٹھے ہیں وہ پھر ٹھٹھا کریں گے بھائی کون یہ لوگ کون کون ہے جو او جو ہو نہیں میرے مان رہے بھائی؟ ہیں بھائی، اس وہ تو زمانے میں مرزا صاحب کا تو انکار کریں گے، ٹھیک ہے، ہاں لیکن یہ جو مرزا صاحب نے اپنا خدشہ، کیا خدشہ ظاہر کیا؟ ذرا خدشہ دوبارہ اسی پڑھ لیے لیں مرزا صاحب کا۔ آگے میں بتاتا ہوں، آگے سنیں نا، ابھی آپ ادھر رکیں نہیں، آگے سنیں تھوڑا سے، دو اچھا چار پانچ جی لائنیں اور سنائیے ہیں، سنیں۔ سنائیے۔ پس اس طرح جب میں نے خدا پر توکل کی تو خدا نے مجھے ان خبیث چیزوں کا محتاج نہیں کیا، اور بارہا جب مجھے غلبہ مرض کا ہوا تو خدا نے فرمایا کہ دیکھ میں نے تجھے شفا دے دی، تب اسی وقت مجھے آرام ہو گیا۔ انہی باتوں سے میں جانتا ہوں کہ ہمارا خدا ہر ایک چیز پر قادر ہے۔ جھوٹے ہیں وہ لوگ جو کہتے ہیں کہ نہ اس نے روح پیدا کی اور نہ ذرات اجسام، وہ خدا سے غافل ہیں۔ ہم روز اس کی نئی پیدائش دیکھتے ہیں اور ترقیات سے نئی روح وہ ہم میں پھونکتا ہے۔ اگر وہ نیست سے ہیست کرنے والا نہ ہوتا تو ہم تو زندہ ہی مر جاتے۔ عجیب ہے وہ خدا جو ہمارا خدا ہے، کون ہے جو اس کی مانند ہے، اور عجیب ہیں اس کے کام، کون ہے جس کے کام اس کی مانند ہیں۔ وہ قادر مطلق ہے، ہاں بعض وقت حکمت اس کی ایک کام کرنے سے اسے روکتی ہے۔ چنانچہ مثال کے طور پر ظاہر کرتا ہوں کہ مجھے 2 مرد دامنگیر ہیں، یہ سنیں اب غور سے، مثال کے طور پر ظاہر کرتا ہوں کہ مجھے 2 مرض دامنگیر ہیں، ایک جسم کے اوپر کے حصے میں کہ سر درد اور دوران سر اور دوران خون کم ہو کر ہاتھ پیر سرد ہو جانا، نبض کم ہو جانا، دوسرے جسم کے نیچے کے حصے میں کہ پیشاب کثرت سے آنا اور اکثر دست آتے رہنا۔ یہ دونوں بیماریاں جی قریباً میرے 20 بھائی برس سے آپ ہیں۔ تو ان کو کہہ رہے تھے شوگر ان کی بیماری جو ہے وہ نبی کریم صلی اللہ علیہ وسلم نے حدیث میں بتایا ہوا کہ اس کو شوگر ہوگی، آپ تو وہ برازیل کو یہ تعلیم دے رہے تھے۔ جی ذیابطیس کی ہے نا، اب لکھا نہیں انہوں نے ذیابطیس کی بیماری ابھی پیچھے آپ نے ذکر خود کرنا پڑھا بھول ہے، گئے، وہ تو یہ اپنی 2 بیماریاں پیچش ہیں۔ کو اور پیشاب کو اور اپنے سر درد کو وہ کہہ رہے ہیں 2 زرد چادریں، آپ تو ہاں جی، شوگر کو زرد چادر بتا رہے تھے۔ اب یہ 2 یہی بیماریاں ہیں نا میرے بھائی، یہ اب ان کا وہ میرے بھائی 2 وہ بیماریاں ہیں ان کو لیکن یہ دونوں ذیابطیس تھی بیماریاں نا، شوگر تو نہیں ہے ذیابطیس نا۔ بھی تھی نا۔ یہ کثرت پیشاب کس ہاں وجہ وہ سے آتا ہے؟ ذیابطیس ان ذیابطیس کو کی وجہ تھی، سے وہ نہیں آتا۔ تیسری ان کو بیماری تھی، لیکن آپ ان کو غلط بتا رہے تھے نا۔ اور دوسرا یہ جو کیوں حدیث میں آپ بتا رہے تھے کہ حدیث میں ہے کہ مسیح کو 2 بیماریاں ہوں گی، یہ حدیث کون سی ہے؟ یار میرے بھائی آگے پڑھنے 2 لائنیں آگے پڑھ لیتے، سارا جی جواب جی آ رہا جی ہے، آپ لوگ کو جی جلدی کیا پڑھیے ہے پڑھیے بھائی؟ پڑھیے۔
پڑھیے. وہ اللہ کے بندو رک تو جب میں بس کر دوں یہ پیرا آیا تو پھر بات کر لینا. آپ ٹوک دیتے ہیں. آپ آگے آ رہی تھی وہ بات آگے نہیں آ میں رہی ہے. ٹوک نہیں رہا، میں ٹوک نہیں رہا میرے بھائی. آپ نے یہ پہلے بھی پڑھی تھی، میں اچھا اس وقت سنیں. بھی آپ سے سوال پوچھ رہا تھا، ٹیکسٹ میں آپ نے ہاں جی جواب نہیں دیا. میں رستے میں پوچھ رہا ہوں، نہیں چلیں نہیں آپ نہیں میں نہیں سنا، اینڈ میں میں نے پوچھ نہیں لوں گا. دیکھا. اب سنیں، یہ دونوں بیماریاں قریباً 20 برس سے ہیں. کبھی دعا سے ایسی رخصت ہو جاتی ہیں گویا کہ دور ہو گئیں، مگر پھر شروع ہو جاتی ہیں. ایک دفعہ میں نے دعا کی کہ یہ بیماریاں بالکل دور کر دی جائیں، تو جواب ملا کہ ایسا نہیں ہوگا. وہ اس کی وجہ دیکھیں کیوں نہیں ہوگا. تب میرے دل میں خدا تعالیٰ کی طرف سے ڈالا گیا کہ مسیح موعود کے لیے یہ بھی ایک علامت ہے، کیونکہ لکھا ہے کہ وہ 2 زرد چادروں میں اترے گا. سو یہ وہی 2 زرد رنگ کی چادریں ہیں، ایک اوپر کے حصہ بدن پر اور ایک نیچے کے حصہ بدن پر، کیونکہ تمام اہل تعبیر اس پر متفق ہیں کہ عالم کشف یا عالم رویا میں جو نبوت کا عالم ہے، اگر زرد چادریں دیکھی جائیں تو ان سے بیماری مراد ہوتی ہے، پر خدا نے نہ چاہا کہ یہ علامت مسیح موعود کی مجھ سے علیحدہ ہو. یہ بات اب سمجھ آ گئی. اب یہ ہے نا، حدیث میں بھی یار ہے. وہ فیصل بھائی ایک یہ منٹ کہاں رکو پر ہے بھائی. یہ حدیث کے مسیح کی علامت ہوگی کہ اس کو بیماری ہوگی؟ ہاں 2 زرد چادروں میں لپٹے ہوئے وہ آسمان سے نزول تو کریں گے. زرد چادر تو مسیح کو تو نبی کریم صلی اللہ علیہ وسلم نے زرد چادر کو بیماری نہیں کہا. یہ تو مرزا صاحب کہہ رہے ہیں نا. مرزا صاحب کہہ رہے ہیں حضرت مسیح کی علامت ہے کہ ان کو بیماری ہوگی. آپ لائن دوبارہ پڑھ لیں. ہاں ہاں. اچھا آپ مسیح ابن مریم کا کیا سمجھ رہے ہیں؟ میرے بھائی حدیث میں مسیح ابن مریم کا ذکر ہے تو حدیث میں پھر جو ذکر ہے اسی کا سمجھا جائے گا نا. نہیں، ہاں بس یہی تو، یہ نہیں ہے، یہی بات ہے نا. ابھی آپ ساری باتیں اگر آپ کو اچھا سمجھ جس آتی ہے کا آپ بھی اقرار ذکر مت. ہے وہ حدیث کہاں ہے؟ جس کا ہاں بھی ذکر ہے وہ حدیث کہاں ہے؟ حدیث موجود ہے نا میرے بھائی. آپ نے نہیں پڑھی ہے حدیث میں تو زرد چادریں ہیں بھائی، بیماریاں نہیں ہیں. تو زرد چادروں سے تعبیر بیماری ہوتی ہے. زرد رنگ بیماری کی علامت ہے. اچھا اور یعنی کہ اچھا یہ اتنے مطلب مرزا یورپ صاحب کی زرد طرف سے رنگ آدھے بخ دی علامت ہے. ملک عمران یار نہ کرنا یار، ملک ہاں عمران بس نہ کرنا. یہ اس میں لکھا ہوا تھا نا، 2 بیماریاں 2 چادروں میں اچھا لپٹے ہوئے چلیں جب نازل ہوں گے دیکھیں، تو ان کو 2 بیماریاں نزول ہوں گی. نہ صرف یہ کہ آپ نے ہمارے نبی کی طرف بھی جھوٹ منسوب کیے، آپ ہاں نے جی، اپنے خود نبی کی طرف بھی جھوٹ منسوب. اب مجھے آپ سے نیا ساری سوال ہے. ساری میرا طرف آپ میں سے جھوٹ سوال ہے منسوخ نذیر کرتا بھائی، ہوں. فیصل بھائی ذرا ایک سامنے منٹ وہ گل سب. موکلیں تو وہ کہ کیا آیا مسیح نے انجیل لکھی ہے کہ نہیں لکھی، وہ گل ہی نہیں ہاں مکی. بالکل، آخری 1 منٹ دے دے جوزف بھائی، آخری. اچھا یہ آپ کے سامنے میں نے مرزا غلام احمد صاحب کے خطوط کھولے ہوئے ہیں، اور جی اس کے اندر سے میں نے آپ کو سامنے دکھایا ہوا ہے. یہاں پر ان کا خط ہے حکیم محمد حسین صاحب کو 14 فروری 1904 کو سر. اس کے اندر اچھا وہ فرماتے ہیں کہ اخوام حکیم محمد حسین صاحب السلام علیکم ورحمۃ اللہ وبرکاتہ. اس وقت یار محمد صاحب کو بھیجا جاتا ہے. یہ قاضی یار محمد صاحب ہے، اسلامی قربانی والے. قاضی یار محمد صاحب کو بھیجا جاتا ہے، آپ اشیاء خوردنی خرید فرمائیں، خود خرید فرمائیں، اور 1 بوتل ٹونک وائن کی مال روڈ پلومر کی دکان سے خرید دیں، مگر ٹونک وائن ہی ہونی چاہیے. اس کا لحاظ رکھیں. باقی خیریت، والسلام. غلام احمد مصطفیٰ مرتضیٰ، جو بھی انہوں نے آگے لکھا ہوا ہے، پتہ مرتضی نہیں رحمت اللہ لکھا ہوا ہے کیا لکھا ہوا ہے غلام احمد کے کیونکہ آگے انہوں چھوٹا نے سا. ابو جی کا نام غلام مرتضی سی نا مرزا صاحب دے. شاید پتہ نہیں. اچھا اب مجھے یہ بتائیں نذیر احمد صاحب، آپ تو کہہ رہے ہیں کہ مرزا صاحب افیم اور یہ ناپاک چیزیں استعمال نہیں کرنا چاہتے تھے، تو یہ اپنے خاص بندے کا قاضی یار محمد کو مال روڈ لاہور پولمر شرابی کی دکان کے اوپر بیچ کے ٹونک وائن کیوں منگوا رہے ہیں؟ کس کے اولمر لیے نہیں منگوا ہے رہے یہ ہیں؟ پلومر ہے. اس میں وہ انہوں نے لکھا، کوئی آگے وجوہات نہیں بتائیں کیوں منگوائی، کوئی وجہ نہیں بتائی. کچھ نہیں لکھا ہوا، میں آپ کو اوپر بھی کر کے دکھا دیتا ہوں، آگے تو کچھ بھی نہیں لکھا ہوا میرے نہیں بھائی. وہ دیکھیں بس نیچے اتنی سی لکھا ہوا بات. انہوں نے کہ وہ اس وقت وہ نمکین زیادہ مرزا صاحب کے گھر پہ دال سیویاں آ گئی تھی تو مرزا صاحب نے کیا نمکین تھے آ گیا ہے. تو چلو ایک ادھی دیکھیے نہیں خاص طور پہ نہیں لکھا وہ ہوا ہے کہ نہ وسکی ہو، نہ ڈرائی جن ہو، نہ ووڈکا ہو. خاص احتیاط کیجئے کہ ٹونک وائن ہی ہو. تو کوئی خاص وجہ تو ہوگی نا نذیر بھائی. ہاں نہیں وہ یہی میں پوچھ رہا ہوں کہ آپ نے اس کی منگانے کی وجہ کوئی نہیں پتہ چلی آپ کو، کس لیے منگائی وہ؟ نہیں مجھے تو نہیں پتہ لگی، میرا اندازہ چلیں تو یہ ہے. آپ ڈھونڈے، یہ آپ مرزا ڈھونڈے. صاحب کا میں کلام دیکھ کے، مرزا صاحب کا کلام پڑھ کے مجھے اندازہ تو ہاں ہو گیا. 1904 میں مرزا صاحب نے جو ہاں کلام لکھا ہوا ہے وہ دیکھ کے ہاں مجھے اندازہ تو ہو گیا کہ کس لیے منگوائی تھی، لیکن میں کو آپ کا موقف جاننا چاہتا ہوں. نہیں اچھا نہیں فیصل نہیں بھائی میں آپ کو ایک بات بتاؤں، آپ یہ حوالہ نہیں یہاں پہ غلط پیش کر دیں. پتہ ہے
کیونکہ یہاں پہ صرف مرزا صاحب نے منگائی ہے، لیکن ایک جگہ مرزا صاحب نے باقاعدہ پی کے، اور پھر مرزا صاحب نے یہ بھی اعتراف کیا ہے کہ میرا دل کرتا ہے کہ میں کپڑے اتار کے باہر آ جاؤں، کیونکہ اس قدر سخت بے قراری ہے کہ دل کرتا ہے کپڑے اتار کے باہر آ جاؤں۔ اور وہ جو دوائی منگائی گئی تھی نا، وہ کوکو وائن جو ہوتی ہے نا، اس کے اندر 80 سے 90% الکوہل ہوتا ہے، اور کوکو وائن بڑی نہیں ہارڈ، رم ہے نا یہ یار، وہ یہ تو آپ کی رم نہیں ہے یہ جس آپ کی کو آپ بات کر رہے ہیں، وہ نہیں وہ پی یہ تو ہے آپ رم کے مرزا نہیں ہے۔ صاحب نے، وہ یہ باقاعدہ آپ کا مرزا دکھ، صاحب نے یہ پی ہے۔ آپ کی تکلیف میں محسوس کر رہا ہوں، جو آپ کو تکلیف ہو رہی ہے وہ میں محسوس کر رہا ہوں، میں آپ نہیں کو اب نہیں، تکلیف ذرا ہی نہیں ہو نذیر رہی۔ بھائی آپ بتائیں دے رہا کہ ہوں ابھی کون سے نہیں، وہ اب یہ بدبخت لوگ تکلیف میں ہیں، آ گئے ہیں، اب کون یہ سے وہ تکلیف میں آ بدبخت گئے ہیں لوگ بھائی۔ ہیں جو حضرت عیسیٰ کی نسبت یہ ٹھٹھا مار کے ہنستے تھے یا ہاں جی ہنستے ہاں جی، ہیں یا بالکل، ہنسیں گے کہ وہ احمد ہاں نعوذ باللہ نقل کفر نہ باشی شراب پیتے تھے؟ وہ بدبخت لوگ ہاں، کون ہیں؟ ان کا نام تو بتائیں۔ وہ حضرت عیسیٰ علیہ السلام پر ایمان نہیں لائے تھے، وہ لوگ تھے، چلو ٹھیک ہو گیا جی، ٹھیک ہو گیا، مان لینے وہ ہاں، ہن بدبخت یہ تھے، بھی تو وہ دسو نا۔ بدبخت تھے جو نبیوں پر ایمان نہیں لاتے، نبیوں کے مکذبین وہ ہوتے پیارے ہیں، بھائی یہ بات یاد رکھیے مقربین، گا نذیر احمد بھائی، وہ بدبخت فرقہ ہوتے ہیں۔ احمدیہ کے بدبختوں کے علاوہ، نہیں فرقہ نہیں، احمدیہ کے جو نبیوں بدبختوں کے کے علاوہ نہ اللہ ماننے سبحانہ والے تعالیٰ نے بدبخت ہوتے ہیں نا، کسی کو اس چیز کی نہیں اجازت نہیں نہیں، دی ہوئی کہ وہ حضرت عیسیٰ کے متعلق ایسی وہ گندی الزام بات وہ کرے لگاتے تھے اور حضرت عیسیٰ علیہ السلام ان پر، کو سنیں ٹھٹھا نا، کرے۔ ہاں وہ ٹھٹھا جو نبیوں کا ٹھٹھا کرتے ہیں نا، خبیث لوگ ہوتے ہیں دنیا میں، جو نبیوں کا انکار کر دیتے ہیں اور پھر ٹھٹھا ہنسی مذاق کرتے ہیں، وہ دنیا کے خبیث ترین لوگ ہوتے ہیں۔ وہ حضرت عیسیٰ علیہ السلام پر الزام لگاتے تھے، اور وہ تو سب نبیوں پر الزام لگے ہیں، تمام نبیوں کو وہ غلط الزام لگائے گئے ہیں، اس وقت کے نام ماننے والے۔ جس وقت کوئی نبی دنیا میں ظہور کرتا ہے تو اس کے زمانے کے لوگ جو نہیں مانتے ہیں یوسف بھائی وہ مجھے تو تبلیغ انہوں نے کرتے ہیں، جواب نہیں دینا، آپ اپنی گفتگو پلیز جاری وہ رکھیں، بہت شکریہ، ہاں جی مجھے ہاں جی، آپ نے ٹائم نہیں دیا بالکل، جوزف بھائی۔ جزاک اللہ۔